ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਸਾਡੇ ਐਕਸਕਲੂਸਿਵ ਸ਼ੋ ਇਨਸਾਈਟਸ ਵਿਦ ਵਿਸ਼ਾਲ ਸੂਦ ਦੇ ਵਿੱਚ। ਸਤਿ ਸ਼੍ਰੀ ਅਕਾਲ ਸਰ, ਵੈਲਕਮ ਬੈਕ। ਥੈਂਕ ਯੂ ਸਰ, ਪੰਜਾਬ ਦੀ ਸਿਆਸਤ ਦੇ ਵਿੱਚ ਜਾਂ ਜਨਰਲ ਕਿਸੇ ਵੀ ਸਿਆਸਤ ਦੇ ਵਿੱਚ ਕ੍ਰਿਮੀਨਲ ਬੈਕਗ੍ਰਾਉਂਡ ਵਾਲੇ ਉਮੀਦਵਾਰਾਂ ਦਾ ਰਾਜਨੀਤੀ 'ਚ ਉਤਰਨਾ ਕਿੰਨਾ ਕੁ ਵਾਜਬ ਹੈ? ਆਈ ਥਿੰਕ ਇਸ ਕੁਐਸਚਨ ਦਾ ਆਨਸਰ ਤੇ ਕੁਆਇਟ ਆਬਵੀਅਸ ਹੈ ਕਿ ਇਟ ਸ਼ੁੱਡ ਨਾਟ ਬੀ ਡਨ। ਪਰ ਪੋਲਿਟਿਕਸ ਦੇ ਵਿੱਚ ਯੂ ਆਰ ਅ ਪਬਲਿਕ ਫਿਗਰ ਜੀ, ਰਾਈਟ। ਲੋਟ ਆਫ ਟਾਈਮ ਤੁਸੀਂ ਕਈ ਵਾਰੀ ਇਸ ਤਰ੍ਹਾਂ ਵੀ ਹੋ ਸਕਦਾ ਕਿਸੇ ਪੋਲੀਟੀਸ਼ੀਅਨ ਦੇ ਉੱਤੇ ਓਪੋਜੀਸ਼ਨ ਨੇ ਕੁਝ ਗਲਤ ਕੇਸਿਸ ਵੀ ਕੀਤੇ ਹੋਣ, ਇਹ ਵੀ ਹੋ ਸਕਦਾ। ਬਟ ਐਟ ਦੀ ਸੇਮ ਟਾਈਮ ਸਾਡੇ ਇੱਥੇ ਸਾਡਾ ਜਿਹੜਾ ਪੋਲੀਟੀਕਲ ਸਟਰਕਚਰ ਬਣਿਆ ਹੈ ਇੰਡੀਆ ਦਾ ਜੋ ਪਿਛਲੇ 70-75 ਸਾਲਾਂ 'ਚ, ਉਹਦੇ ਵਿੱਚ ਕ੍ਰਿਮੀਨਲਸ ਦਾ ਰੋਲ ਹਮੇਸ਼ਾ ਵੱਧਦਾ ਰਿਹਾ। ਪੋਲੀਟੀਸ਼ੀਅਨਸ ਆਲਵੇਜ਼ ਨੀਡਡ ਸਰਟਨ ਲੈਵਲ ਆਫ criminal mindset, if not exactly criminals, to spread their message, to keep hold of certain constituencies. ਹੈ ਨਾ, ਪਹਿਲਾਂ ਤਾਂ ਆਪਾਂ ਵੇਖਦੇ ਸੀ ਕਿੰਨੀ ਵਾਰੀ ਹੁਣ ਤੇ ਖੈਰ ਉਹ ਚੀਜ਼ਾਂ ਹਟ ਗਈਆਂ ਨੇ, ਬੂਥ ਕੈਪਚਰਿੰਗ ਹੁੰਦੀ ਸੀ, ਰਾਈਟ। ਲੋਟ ਆਫ ਦੋਸ ਥਿੰਗ ਕਾਈਂਡਸ। ਸਾਡਾ ਜਿਹੜਾ ਪੋਲੀਟੀਕਲ ਕਲਾਈਮੇਟ ਹੀ ਇਹੋ ਜਿਹਾ ਹੈ ਕਿ ਵਿਚ ਅਟਰੈਕਟਸ ਕ੍ਰਿਮੀਨਲਸ ਰੈਦਰ ਦੈਨ ਟਰੂ ਲੀਡਰਸ। ਸਾਡੇ ਇੱਥੋਂ ਦਾ ਪੋਲੀਟੀਕਲ ਕਲਾਈਮੇਟ ਇਸ ਤਰ੍ਹਾਂ ਦਾ ਬਣਿਆ, ਸਿਰਫ ਇੱਥੋਂ ਦਾ ਨਹੀਂ, ਦੁਨੀਆ ਦੇ ਵਿੱਚ ਕਾਫੀ ਥਾਵਾਂ ਦੇ ਵਿੱਚ ਇਸ ਤਰ੍ਹਾਂ ਦਾ ਕਲਾਈਮੇਟ ਬਣਿਆ। ਇਫ ਯੂ ਲੁੱਕ ਐਟ ਡਾਟਾ 2002 ਤੋਂ ਮੈਂ ਜੇ ਗੱਲ ਕਰਾਂ ਤਾਂ ਹੁਣ 2019 ਦੀ ਜਿਹੜੀ ਆਪਣੀ ਪਾਰਲੀਮੈਂਟ ਹੈ, ਉਹਦੇ ਵਿੱਚ ਨੰਬਰ ਆਫ ਪੀਪਲ ਹੂ ਆਰ ਹੈਵਿੰਗ ਪੈਂਡਿੰਗ ਕ੍ਰਿਮੀਨਲ ਕੇਸਿਸ ਅਗੇਂਸਟ them has increased to 43%। ਐਬਸੋਲੂਟਲੀ, ਹੈ ਨਾ, ਫਰੋਮ 22% ਤੋਂ ਰਫਲੀ ਮਤਲਬ ਮੋਰ ਦੈਨ ਡਬਲ ਹੋ ਗਈ ਹੈ। ਜਦੋਂ ਇੰਨੇ ਮੈਜੋਰਿਟੀ ਪੋਲੀਟੀਸ਼ੀਅਨ ਕ੍ਰਿਮੀਨਲ ਬੈਕਗਰਾਊਂਡ ਦੇ ਆਉਣਗੇ, ਇਟ ਵਿਲ ਡੈਫੀਨੇਟਲੀ ਇੰਪੈਕਟ ਦੀ ਓਵਰਆਲ ਡਿਵੈਲਪਮੈਂਟ mindset, what kind of role models we are having for everyone। ਜੀ ਤੇ ਕੁਝ ਸਟੇਟਸ 'ਚ ਮੈਂ ਬਿਹਾਰ ਦੀ ਗੱਲ ਕਰਾਂ, ਯੂਪੀ ਦੀ ਗੱਲ ਕਰਾਂ, ਇਟ ਵਾਜ਼ ਕਾਈਂਡ ਆਫ ਅਸਿਊਮਡ ਕਿ ਗੈਂਗਸਟਰਸ ਇਸ ਤਰ੍ਹਾਂ ਦੀ ਬੈਕਗਰਾਊਂਡ ਦੇ ਲੋਕੀ ਪੋਲੀਟੀਸ਼ੀਅਨ ਬਣਦੇ ਸਨ, ਕੋਈ ਬੜੀ ਆਮ ਗੱਲ ਸੀ। ਮਹਾਰਾਸ਼ਟਰ 'ਚ ਵੀ ਇੱਕ ਲੈਵਲ ਤੱਕ ਇਹ ਚੀਜ਼ ਹੋ ਰਹੀ ਸੀ, ਪਰ ਪੰਜਾਬ 'ਚ ਵੀ ਪਿਛਲੇ ਕੁਝ ਟਾਈਮ 'ਚ ਕ੍ਰਿਮੀਨਲ ਬੈਕਗਰਾਊਂਡ ਦੇ ਲੋਕੀ ਬਹੁਤ ਜ਼ਿਆਦਾ ਆਉਣ ਲੱਗ ਪਏ ਨੇ। ਤੇ ਇਹ ਇੱਕ ਬਹੁਤ ਹੀ ਡੇਂਜਰਸ ਟ੍ਰੈਂਡ ਹੈ। ਵਾਜਿਬ ਵਾਲਾ ਤੇ ਕੁਐਸਚਨ ਹੀ ਨਹੀਂ ਹੈ, ਇਟ ਇਜ਼ ਅ ਡੇਂਜਰਸ ਟ੍ਰੈਂਡ ਜਿਹਦੇ ਉੱਤੇ ਹੁਣ ਜਨਤਾ ਨੂੰ ਤੇ ਹੋਰ ਜਿਹੜੀਆਂ ਸਾਡੀਆਂ ਇੰਸਟੀਟਿਊਸ਼ਨਸ ਨੇ, ਭਾਵੇਂ ਜੁਡੀਸ਼ੀਅਲ ਬੋਡੀਜ਼ ਨੇ, ਸੁਪਰੀਮ ਕੋਰਟ ਨੇ ਕੁਝ ਸਟੈਪ ਵੀ ਲਿੱਤੇ ਕਿ ਬਈ ਯੂ ਡਿਕਲੇਅਰ ਇਟ, ਤੇ ਜਿਹੜਾ ਬੰਦਾ ਹੈਜ਼ ਆਲਰੇਡੀ ਬੀਨ ਕਨਵਿਕਟਡ ਜੀ, ਉਸ ਬੰਦੇ ਨੂੰ ਸਜ਼ਾ ਵੀ ਹੋਣੀ ਚਾਹੀਦੀ ਹੈ, ਰਾਈਟ। ਉਹ ਬੰਦਾ ਬਾਹਰ ਹੋਣਾ ਚਾਹੀਦਾ ਫॉर ਪਾਰਟਿਸਿਪੇਟਿੰਗ। ਬਟ ਪੋਲੀਟੀਸ਼ੀਅਨਸ ਸਮਹਾਓ ਵਿਦ ਬਿਗਰ ਬ੍ਰੌਡ ਬੇਸ ਕੁਝ ਲੈਵਲ ਤੱਕ ਤੇ ਇਤਨਾ ਰੁਕੇਗਾ, ਬਟ ਹਜੇ ਵੀ ਜਿਹੜਾ ਸਾਡਾ ਬੇਸਿਕ ਸਟਰਕਚਰ ਹੈ ਨਾ, ਜਿਵੇਂ ਪੋਲੀਟਿਕਸ ਹੁੰਦੀ ਆ, ਉਹ ਕ੍ਰਿਮੀਨਲ ਮਾਈਂਡਸੈਟ ਨੂੰ ਅਟਰੈਕਟ ਕਰਦੀ ਹੈ। ਸਰ, ਇਹੀ ਜਿਹੇ ਉਮੀਦਵਾਰ ਆਫੀਸ਼ੀਅਲ ਪੋਜੀਸ਼ਨ 'ਚ ਵੱਡੇ ਅਹੁਦਿਆਂ ਤੇ ਸੰਵਿਧਾਨਿਕ ਤੌਰ ਤੇ ਆ ਜਾਣ ਤੇ ਵੱਡੇ ਪੈਮਾਨੇ ਤੇ ਇਹਦਾ ਕੀ ਅਸਰ ਹੋ ਸਕਦਾ, ਕਿੰਨਾ ਕੁ ਡਰ ਵੱਧ ਸਕਦਾ? ਦੇਖੋ, ਅੱਜ ਦੀ ਡੇਟ 'ਚ ਕੋਈ ਵੀ ਆਮ ਆਦਮੀ ਆਪਣੇ ਪੋਲੀਟੀਸ਼ੀਅਨ ਦੇ ਨਾਲ ਸਾਹਮਣੇ ਫੇਸ ਟੂ ਫੇਸ ਹੋ ਕੇ ਉਹਦੇ ਨਾਲ ਗਲਤ ਤਰੀਕੇ ਨਾਲ ਗੱਲ ਨਹੀਂ ਕਰ ਸਕਦਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਥੀਸ ਆਰ ਪੋਲੀਟੀਸ਼ੀਅਨਸ, ਦੇ ਹੈਵ ਦੈਟ ਕਾਈਂਡ ਆਫ ਮਾਈਂਡਸੈਟ। ਇੱਕ ਆਮ ਆਦਮੀ ਦਾ ਫਿਰ ਡਰ ਹੁੰਦਾ ਹੈ ਕਿ ਯਾਰ ਇਹ ਮੇਰੇ ਲਈ ਖਤਰਨਾਕ ਹੋ ਸਕਦਾ ਹੈ, ਮੇਰੇ ਤੇ ਫਾਲਸ ਕੇਸਿਸ ਪਵਾ ਸਕਦਾ ਹੈ। ਜਨਰਲ ਪਰਸੈਪਸ਼ਨ ਹੈ ਤੇ ਇਫੈਕਟ ਵੀ ਆ। ਲੋਕੀ ਥੋੜਾ ਨਿਊ ਕੇ ਰਹਿੰਦੇ ਨੇ, ਜਿਵੇਂ ਹਜੇ ਵੀ ਅਸੀਂ ਡੈਮੋਕ੍ਰੇਸੀ 'ਚ ਨਹੀਂ ਆਏ। ਜਿਵੇਂ ਇੱਕ ਫਿਊਡਲ ਮਾਈਂਡਸੈਟ ਹੈ, ਜੋ ਪਹਿਲਾਂ ਰਾਜੇ ਮਹਾਰਾਜਿਆਂ ਦਾ ਮਾਈਂਡਸੈਟ ਸੀ, ਹਜੇ ਵੀ ਅੱਜ ਸਾਡੇ ਪੋਲੀਟੀਸ਼ੀਅਨਸ ਦਾ ਉਹੋ ਜਿਹਾ ਫਿਊਡਲ ਮਾਈਂਡਸੈਟ ਹੈਗਾ। ਜਨਤਾ ਕੋ ਵੋਟ ਲੈਣੀ ਆ, ਫॉर दैट ਫਸਲੀ ਬਟੇਰਿਆਂ ਵਾਂਗੂ 5 ਸਾਲਾਂ ਬਾਅਦ ਇੱਕ ਵਾਰੀ ਉਹ ਨਜ਼ਰ ਆਉਂਦੇ ਨੇ, ਉਦੋਂ ਸਾਡੇ ਅੱਗੇ ਹੱਥ ਜੋੜਦੇ ਨੇ, ਉਸ ਤੋਂ ਬਾਅਦ ਅਸੀਂ ਹੱਥ ਜੋੜਦੇ ਨਜ਼ਰ ਆਵਾਂਗੇ ਜੀ। ਇਹ ਫੈਕਟ ਹੈ। ਇਹਦਾ ਰੀਜ਼ਨ ਹੈ ਵਾ ਕਿ ਉਸ ਫਿਊਡਲ ਮਾਈਂਡਸੈਟ ਵਾਲੇ, ਕ੍ਰਿਮੀਨਲ ਮਾਈਂਡਸੈਟ ਵਾਲੇ ਪੋਲੀਟੀਸ਼ੀਅਨਸ ਬਹੁਤ ਨੇ, ਰਾਈਟ। ਵੈਰੀ ਫਿਊ ਪੀਪਲ ਆਰ ਪੀਪਲ ਪਰਸਨ, ਰਾਈਟ। ਆਫ ਕੋਰਸ ਆਪਾਂ ਸਾਰਿਆਂ ਨੂੰ ਬੈਨੀਫਿਟ ਆਫ ਡਾਊਟ ਦਈਏ ਕਿ ਕਿਸੇ ਤੇ ਅੰਟਿਲ ਪ੍ਰੂਵਨ ਗਿਲਟੀ, ਬਟ ਦੈਨ ਦੀ ਕਾਈਂਡ ਆਫ ਕੇਸਿਸ ਜਿਹੜੇ ਉਹਨਾਂ ਤੇ ਹੋਏ ਨੇ ਕਿ ਜ਼ਮੀਨ ਹਥਿਆਲੀ, ਮਾਈਨਿੰਗ ਦੇ ਕੇਸਿਸ ਹੋ ਰਹੇ ਨੇ, ਜੇ ਕਿਸੇ ਦੇ ਕਰੋੜਾਂ ਰੁਪਏ ਨਿਕਲਦੇ ਪਏ ਨੇ, ਥੀਸ ਆਰ ਵੈਰੀ ਸੀਰੀਅਸ ਕ੍ਰਾਈਮਸ, ਹੈ ਨਾ, ਐਟ ਦੀ ਕੋਸਟ। ਤੇ ਆਪਾਂ ਉਹਨੂੰ ਸਿਰਫ ਇੱਕ ਪੈਸੇ ਦੇ ਮਾਮਲੇ 'ਚ ਅਸੀਂ ਉਹਨੂੰ ਮੈਜਰ ਕਰ ਪਾਉਂਦੇ ਹਾਂ ਕਿ ਵੀ ਆਰ ਏਬਲ ਟੂ ਕੁਆਂਟੀਫਾਈ ਇਟ, ਪਰ ਉਹ ਪੈਸਾ ਬਣਦਾ ਕਿਵੇਂ ਹੈ? ਸੋ ਮਚ ਆਫ ਕ੍ਰਾਈਮ ਹੈਜ਼ ਹੈਪਨਡ ਬਿਹਾਈਂਡ ਇਟ। ਸਾਡੀ ਇਕੋਲੋਜੀ ਦੇ ਉੱਤੇ, ਸਾਡੀ ਪੋਲਿਸੀ ਦੇ ਉੱਤੇ ਤੇ ਲੋਕਾਂ ਦੇ ਉੱਤੇ ਵੀ ਅਤਿਆਚਾਰ ਆਏ ਹੁੰਦੇ ਹੈ ਨਾ। ਕਈ ਲੋਕਾਂ ਨੂੰ ਗਲਤ ਰਸਤੇ 'ਤੇ ਪਾਇਆ ਗਿਆ ਹੁੰਦਾ, ਕਈ ਲੋਕਾਂ ਨੂੰ ਫਸਾਇਆ ਗਿਆ ਹੁੰਦਾ। ਅਤੇ ਆਪਾਂ ਜਦੋਂ ਨੰਬਰ ਵੇਖਦੇ ਹਾਂ ਨਾ, ਜਿੰਨਾ ਵੱਡਾ ਕਿਸੇ ਨੇ ਕਰਪਸ਼ਨ ਕੀਤੀ ਹੈ, ਉਹਦੇ ਪਿੱਛੇ ਇੱਕ ਸੀਰੀਜ਼ ਆਫ ਕ੍ਰਾਈਮਸ ਵੀ ਹੈਗੇ ਨੇ। ਸਾਨੂੰ ਉਹ ਸੋਚਣਾ, ਆਮ ਜਨਤਾ ਨੂੰ ਸੋਚਣਾ ਪਏਗਾ ਕਿ ਹਾਊ ਬਿਗ ਅ ਕ੍ਰਿਮੀਨਲ ਦੈਟ ਪਰਸਨ। ਕਨੈਕਟ ਕਰਨਾ ਚਾਹੀਦਾ। ਸਰ, ਰਾਜਨੀਤੀ ਦੀ ਜੇ ਗੱਲ ਕਰਦੇ ਹਾਂ, ਇਹ ਆਮ ਗੱਲ ਹੈ, ਇਟ ਇਜ਼ ਵੈਰੀ ਯੂਜੂਅਲ ਵੀ ਇੱਕ ਦੂਜੇ 'ਤੇ ਲਾਂਛਨ ਲੱਗ ਰਹੇ ਆ, ਕੇਸ ਦਰਜ ਹੋ ਰਹੇ ਆ, ਆਏ ਦਿਨ ਅਸੀਂ ਨਿਊਜ਼ ਪੜ੍ਹਦੇ ਹਾਂ ਇਸ ਬਾਰੇ। ਪਰ ਜਿਨ੍ਹਾਂ 'ਤੇ ਪਹਿਲਾਂ ਹੀ ਕ੍ਰਿਮੀਨਲ ਕੇਸਿਸ ਪੈਂਡਿੰਗ ਨੇ, ਉਹਨਾਂ ਨੂੰ ਰਾਜਨੀਤੀ ਵਿੱਚ ਆਉਣਾ, ਜੇ ਮੌਜੂਦਾ ਸਥਿਤੀ ਵੀ ਦੇਖਦੇ ਹਾਂ ਜਾਂ ਹਿਸਟਰੀ ਦੀ ਵੀ ਗੱਲ ਕਰਦੇ ਹਾਂ, ਉਹ ਕਿੰਨਾ ਕੁ ਠੀਕ ਹੈਗਾ? ਉਹਦਾ ਰੀਜ਼ਨ ਦੱਸਾਂ ਕੀ ਹੈ ਕਿ ਪੋਲੀਟੀਕਲ ਪਾਰਟੀਜ਼ ਜਿਹੜੇ ਟੌਪ ਲੀਡਰ ਨੇ, ਦੇ ਹੈਵ ਟੂ
ਸ਼ੋ ਸਮ ਕਰੇਜ। ਉਹਨਾਂ ਨੂੰ ਆਪਣੀ ਇੰਟੈਗ੍ਰਿਟੀ ਵਿਖਾਣੀ ਪਏਗੀ। ਜੇ ਉਹ ਆਪ ਇਮਾਨਦਾਰ ਨੇ ਪਰ ਆਪਣੇ ਆਸ-ਪਾਸ ਇਮਾਨਦਾਰ ਲੋਕੀ ਨਹੀਂ ਰੱਖ ਪਾ ਰਹੇ, ਦੈਨ ਇਟ ਇਜ਼ ਅ ਪ੍ਰੋਬਲਮ। ਸੋ ਬੇਸਿਕਲੀ ਜੇ ਉਹ ਇਮਾਨਦਾਰ ਲੋਕਾਂ ਨੂੰ ਨਹੀਂ ਸਿਲੈਕਟ ਕਰ ਪਾ ਰਹੇ, ਉਹਦੇ ਕੰਪਲਸ਼ਨ 'ਚ ਆ ਜਾਂਦੇ ਨੇ ਕਿ ਬਈ ਠੀਕ ਹੈ ਕਰਪਟ ਹੈ ਪਰ ਇਹਦਾ ਇਨਫਲੂਐਂਸ ਹੈ ਆਪਣੇ ਏਰੀਆ 'ਚ, ਇਹ ਸੋਚ ਕੇ ਬੜੇ ਲੋਕੀ ਪੋਲੀਟੀਕਲ ਪਾਰਟੀਜ਼ 'ਚ ਵਾੜ ਲਿੱਤੇ ਜਾਂਦੇ ਨੇ। ਜ਼ਿਆਦਾਤਰ ਪੋਲੀਟੀਕਲ ਪਾਰਟੀਜ਼ ਇਹ ਕਰਦੀਆਂ ਨੇ। ਉਹ ਇਹ ਨਹੀਂ ਵੇਖਦੀਆਂ ਪਈਆਂ ਕਿ ਇਹਦਾ ਲੌਂਗ ਟਰਮ ਇੰਪੈਕਟ ਕੀ ਹੈ। ਦੇ ਆਰ ਲੁਕਿੰਗ ਐਟ ਇਮੀਡੀਏਟ ਗੇਨਸ ਕਿ ਬਈ ਮੈਨੂੰ 5000 10,000 ਵੋਟਾਂ ਇਹਦੇ ਨਾਲ ਨੇ, ਮੈਨੂੰ ਇੱਕ ਪਾਰਟੀ ਪੋਜੀਸ਼ਨ ਦੇ ਦੇਣਾ। ਉਹਨੂੰ ਲੈ ਕੇ ਹੁੰਦਾ ਕੀ ਹੈ ਕਿ ਜਿਹੜਾ ਗੈਂਗਸਟਰ ਜਾਂ ਜਿਹੜਾ ਕ੍ਰਿਮੀਨਲ ਹੂ ਵਾਜ਼ ਆਊਟਸਾਈਡ ਦੀ ਸੋਸਾਇਟੀ, ਉਹ ਮੇਨ ਸਟਰੀਮ ਦਾ ਪਾਰਟ ਬਣ ਜਾਂਦਾ ਹੈ। ਫਿਰ ਉਹ ਬੇਸਿਕਲੀ ਜਨਤਾ ਦਾ ਲੀਡਰ ਬਣ ਜਾਂਦਾ ਅਤੇ ਉਹ ਆਪਣੇ ਕ੍ਰਾਈਮ ਨੂੰ ਵੀ ਵਧਾਉਂਦਾ ਹੈ ਅਤੇ ਪੂਰੀ ਜਨਤਾ ਦੀ ਸੋਚ ਪ੍ਰੋਸੈਸ ਨੂੰ ਉਹ ਖਰਾਬ ਕਰਨਾ ਸ਼ੁਰੂ ਕਰ ਦਿੰਦਾ ਹੈ। ਅਤੇ ਦਿਸ ਇਜ਼ ਮੋਰ ਔਰ ਲੈਸ ਵਟ ਪੋਲੀਟੀਸ਼ੀਅਨਸ ਐਟ ਦੀ ਟੋਪ, ਸੁਪਰੀਮ ਕੋਰਟ, ਹਾਈ ਕੋਰਟਸ ਅਤੇ ਹੋਰ ਜਿਹੜੀਆਂ ਵੀ ਇੰਸਟੀਟਿਊਸ਼ਨਸ ਨੇ, ਇੱਕ ਭਾਵੇਂ ਸਾਡਾ ਇਲੈਕਸ਼ਨ ਕਮਿਸ਼ਨ ਹੈ, ਉਹਨਾਂ ਨੂੰ ਵੇਖਣਾ ਪਏਗਾ ਕਿ ਕਿਵੇਂ ਸਟਾਰਕ ਤਰੀਕੇ ਨਾਲ। ਵੇਖੋ ਇੱਕ ਸਟੈਪ ਲਿੱਤਾ ਸੁਪਰੀਮ ਕੋਰਟ ਨੇ ਕਿ ਬਈ ਜਿਹੜਾ ਕ੍ਰਿਮੀਨਲ ਹੈ ਉਹ ਨਹੀਂ ਆਏਗਾ, ਪਰ ਉਹਦੇ ਨਾਲ ਨਹੀਂ ਰੁਕਿਆ। ਇਟ ਮੀਨਸ ਹੁਣ ਅਗਲੇ ਸਟੈਪ ਦੀ ਲੋੜ ਹੈ। ਸਰ ਸਟੂਡੈਂਟ ਪੋਲੀਟਿਕਸ ਦੀ ਗੱਲ ਕਰਦੇ ਹਾਂ, ਹੈ ਨਾ, ਸ਼ੁਰੂਆਤ ਹੁੰਦੀ ਹੈ ਸਟੂਡੈਂਟ ਪੋਲੀਟਿਕਸ 'ਚ। ਇਹ ਜਨਰਲ ਪਰਸੈਪਸ਼ਨ ਆ, ਮੈਂ ਵੀ ਇਹੀ ਸੋਚਦੀ ਹਾਂ ਵੀ ਸਟੂਡੈਂਟ ਪੋਲੀਟਿਕਸ ਦੇ ਵਿੱਚ ਉਹੀ ਐਂਟਰ ਕਰ ਸਕਦਾ ਹੈ ਜਿਹੜੀ ਆਪਣੀ ਪ੍ਰਵਿਰਤੀ ਹੋਈ, ਅਪਰਾਧਕ ਪ੍ਰਵਿਰਤੀ ਹੋਵੇ ਜਾਂ ਉੱਦਾਂ ਦਾ ਬੈਕਗਰਾਊਂਡ ਹੋਵੇ। ਸੋ ਆਏ ਦਿਨ ਉਹ ਇਹੋ ਜਿਹੀ ਕ੍ਰਿਮੀਨਲ ਐਕਟੀਵਿਟੀਜ਼ 'ਚ ਇਨਵੋਲਵ ਹੁੰਦੇ ਆ। ਹਾਲੇ ਹੀ ਜਿਹੜਾ ਸਟੂਡੈਂਟ ਪੋਲੀਟਿਕਸ ਦਾ ਲੀਡਰ ਵਿੱਕੀ, ਜਿਹਦਾ ਕਤਲ ਕੀਤਾ ਗਿਆ, ਸਟੂਡੈਂਟ ਪੋਲੀਟਿਕਸ ਦੇ ਥਰੂ ਹੀ ਮੇਨ ਸਟਰੀਮ ਪੋਲੀਟਿਕਸ ਦੇ ਵਿੱਚ ਐਂਟਰ ਕੀਤੇ। ਇਹਨੂੰ ਕਿੱਦਾਂ ਰੋਕਿਆ ਜਾ ਸਕਦਾ ਸਰ? ਯੂਐਸ ਦੇ ਵਿੱਚ ਸਪੋਰਟਸ ਦੇ ਵਿੱਚ ਇੱਕ ਟਾਈਮ ਇਹੋ ਜਿਹਾ ਸੀ ਕਿ ਜਿਹੜੇ ਬੱਚੇ ਸਪੋਰਟਸ ਸਨ, ਜਿਵੇਂ ਸਾਡੇ ਇੱਥੇ ਵੀ ਹੁੰਦਾ, ਉਹਨਾਂ ਦੇ ਮਾਰਕਸ ਵਗੈਰਾ ਇੰਪੋਰਟੈਂਟ ਨਹੀਂ ਸਨ। ਬਟ ਉੱਥੋਂ ਦੀਆਂ ਜਿਹੜੀਆਂ ਟੌਪ ਸਪੋਰਟਸ, ਜਿਵੇਂ NBA ਹੋ ਗਿਆ, ਰਾਈਟ, ਜਾਂ NFL ਹੋ ਗਿਆ, ਜਾਂ ਕਾਲਜਿਸ ਹੋ ਗਏ, ਜਦੋਂ ਉਹਨਾਂ ਨੇ ਸਕਾਲਰਸ਼ਿਪ ਸਪੋਰਟ, ਉਹਨਾਂ ਨੇ ਕਿਹਾ ਕਿ ਤੁਹਾਡੇ ਇੰਨੇ ਗ੍ਰੇਡ ਜ਼ਰੂਰ ਆਉਣੇ ਚਾਹੀਦੇ ਆ। ਇਟ ਸ਼ੁੱਡ ਨਾਟ ਕਮ ਐਟ ਦੀ ਕਾਸਟ ਆਫ ਦੀ ਐਜੂਕੇਸ਼ਨ। ਹੁਣ ਅੱਜ ਦੀ ਡੇਟ 'ਚ ਸਟੂਡੈਂਟ ਲੀਡਰ, ਮੈਂ ਜੇ ਕਨਈਆ ਕੁਮਾਰ ਦੀ ਗੱਲ ਕਰ ਲਾਂ, ਇਸ ਤਰ੍ਹਾਂ ਤੁਸੀਂ ਇਹਨਾਂ ਦੇ ਅਕੈਡਮਿਕ ਰਿਕਾਰਡ ਵੇਖੋ, ਯੂਨੀਵਰਸਿਟੀ 'ਚ ਕਿੰਨੇ ਸਾਲ ਰਹੇ ਨੇ, ਕ੍ਰਾਈਟੇਰੀਆ ਹੀ ਨਹੀਂ ਹੈ, ਕੋਈ ਕ੍ਰਾਈਟੇਰੀਆ ਹੀ ਨਹੀਂ ਹੈ। ਵਟ ਆਰ ਦੇ ਡੂਇੰਗ? ਸੋ ਬੇਸਿਕਲੀ ਅ ਸਟੂਡੈਂਟ ਲੀਡਰ ਇਜ਼ ਪ੍ਰਾਈਮਰੀਲੀ ਅ ਸਟੂਡੈਂਟ। ਜਿਹੜਾ ਆਪਣਾ ਕੋਰ ਕੰਮ ਚੰਗਾ ਨਹੀਂ ਕਰ ਪਾ ਰਿਹਾ, ਰਾਈਟ, ਉਹ ਸਾਡਾ ਲੀਡਰ ਕਿਵੇਂ ਵਧੀਆ ਬਣੇਗਾ? ਇਹ ਸਵਾਲ ਪੁੱਛਣਾ ਚਾਹੀਦਾ ਹੈ। ਸੋ ਇੰਟੈਲੈਕਚੁਅਲ ਵਧੀਆ ਬੱਚੇ, ਇੰਟੈਲੀਜੈਂਟ ਸਿੰਸੀਅਰ ਬੱਚੇ ਜਿਹੜੇ ਆਪਣੇ ਕੰਮ 'ਚ ਚੰਗੇ ਨੇ, ਜਿਹੜੇ ਮਿਹਨਤ ਕਰਦੇ ਨੇ, ਅਤੇ ਉਹਨਾਂ ਦਾ ਕੁਝ ਲੀਡਰਸ਼ਿਪ ਦੇ ਵਿੱਚ ਇੰਟਰਸਟ ਵੀ ਆ, ਬਟ ਉਹਨਾਂ ਨੂੰ ਇਹ ਡਰ ਹੁੰਦਾ ਹੈ, ਜਿਵੇਂ ਤੁਸੀਂ ਕਿਹਾ ਕ੍ਰਿਮੀਨਲਾਈਜੇਸ਼ਨ ਹੀ ਬਹੁਤ ਹੈ, ਉੱਤੋਂ ਕ੍ਰਿਮੀਨਲ ਲੀਡਰਸ ਦੀ ਸਪੋਰਟ ਹੈ ਕਿ ਅਸੀਂ ਜੀ ਤੁਸੀਂ ਕਿਸੇ ਨੂੰ ਕੁੱਟ ਦਿਓ ਜਾਂ ਕੁਛ ਕਰ ਦਿਓ, ਉਹਨਾਂ ਨੂੰ ਸ਼ੈ ਹੈ ਪੂਰੀ। ਹੁਣ ਇਸ ਕਰਕੇ ਉਹ ਪ੍ਰੋਟੈਕਟਿਡ ਇਨਵਾਇਰਮੈਂਟ ਦੇਣਾ ਕਿ ਜਿਹੜੇ ਸਟੂਡੈਂਟ ਲੀਡਰਸ ਬਣਨ ਉਹ ਪਹਿਲਾਂ ਹੀ ਇੱਕ ਸਰਟਨ ਕੈਪੇਬਿਲਿਟੀ ਦੇ ਹੋਣ। ਆਪਾਂ ਇੱਕ MBA ਨੂੰ ਸਿਲੈਕਟ ਕਰਨ ਲਈ ਤੇ ਕੈਟ ਦਾ ਐਗਜ਼ਾਮ ਦਿੰਦੇ ਹਾਂ, IIT ਦਾ ਐਗਜ਼ਾਮ ਦਿੰਦੇ ਹਾਂ, ਤਾਂ ਕਿ ਸਾਡੇ ਬੈਸਟ ਬ੍ਰਾਈਟੈਸਟ ਮਾਈਂਡ ਆਉਣ। ਤੇ ਜਿਹਨੇ ਦੇਸ਼ ਨੂੰ ਚਲਾਉਣਾ ਪੋਲੀਟੀਸ਼ੀਅਨ, ਉਹਨਾਂ ਲਈ ਕਿਉਂ ਨਹੀਂ, ਰਾਈਟ, ਸਪੈਸ਼ਲੀ ਐਟਲੀਸਟ ਸਟੂਡੈਂਟ ਲੀਡਰਸ਼ਿਪ ਲੈਵਲ ਤੇ। ਹੁਣ ਕਈ ਲੋਕੀ ਕਹਿਣਗੇ ਜੀ ਪੜ੍ਹਾਈ 'ਚ ਚੰਗਾ ਹੋਣਾ ਜ਼ਰੂਰੀ ਥੋੜ੍ਹਾ, ਨਹੀਂ, ਪਰ ਸਿੰਸੀਅਰ ਹੋਣਾ ਤਾਂ ਜ਼ਰੂਰੀ ਹੈ, ਰਾਈਟ। ਤੁਹਾਡੀ ਅਟੈਂਡੈਂਸ ਰਿਕਾਰਡ ਕੀ ਨੇ, ਰਾਈਟ, ਵਟ ਕਾਈਂਡ ਆਫ ਪੋਜ਼ੀਟਿਵ ਥਿੰਗਸ ਯੂ ਆਰ ਡੂਇੰਗ। ਅਤੇ ਬੱਚਿਆਂ ਤੋਂ ਅਸੀਂ ਐਕਸਪੈਕਟ ਕਰਦੇ ਹਾਂ ਕਿ ਜਿਹੜਾ ਕੰਮ ਕਰਦੇ ਉਹਨੂੰ ਚੰਗੇ ਤਰੀਕੇ ਨਾਲ ਕਰਨ। ਕੋਈ ਵੀ ਬੱਚਾ ਜਿਹਨੇ ਉਹਨੇ ਆਪਣੇ ਕੋਰਸ ਸਹੀ ਤਰੀਕੇ ਨਾਲ ਚੂਜ਼ ਕੀਤੇ ਨੇ, ਜੇ ਉਹ ਮਿਹਨਤ ਕਰੇਗਾ ਉਹ ਚੰਗਾ ਕਰੇਗਾ। ਸਾਨੂੰ ਇਹ ਚਾਹੀਦਾ ਹੈ। ਤੁਸੀਂ ਵੈਸੇ ਨਾ ਜੇ ਤੁਸੀਂ ਹਿਸਟੋਰੀਕਲੀ ਦੇਖੋ, ਕੁਝ IITians ਲੀਡਰ ਬਣੇ, ਮਿਨਿਸਟਰ ਬਣੇ, ਉਹਨਾਂ ਦੀ ਪਰਫਾਰਮੈਂਸ ਕੰਪੇਅਰ ਕਰ ਲੈਣਾ ਤੁਸੀਂ ਵਿਜ਼ ਅਦਰ ਪੀਪਲ, ਇਟ ਵੁੱਡ ਹੈਵ ਬੀਨ ਬੈਟਰ। ਕਿਉਂਕਿ ਇੱਕ ਥਾਟ ਪ੍ਰੋਸੈਸ ਤੇ ਹੈ, ਇੱਕ ਸਰਟਨ ਲੈਵਲ ਆਫ ਮਾਈਂਡਸੈਟ ਤੇ ਹੈਗਾ। ਆਈ ਐਮ ਨਾਟ ਸੇਇੰਗ ਕਿ ਇਟ ਸ਼ੁੱਡ ਬੀ ਓਨਲੀ ਫਰੋਮ ਦੋਜ਼ ਇੰਸਟੀਚਿਊਟ। ਮੈਂ ਕਹਿੰਦਾ ਕਿਸੇ ਵੀ ਇੰਸਟੀਚਿਊਟ ਦੇ, ਸਾਡੇ ਆਸ-ਪਾਸ ਦੀ ਯੂਨੀਵਰਸਿਟੀ ਦੇ, ਮੈਂ GND ਲੈ ਲਾਂ, PU ਲੈ ਲਾਂ, ਬੇਸਿਕ ਐਜੂਕੇਸ਼ਨ ਜਿਹੜੇ ਬੱਚੇ ਕਰਦੇ ਪਏ ਨੇ, ਜਾਂ ਕਾਲਜਿਸ 'ਚ ਨੇ, ਆਸ-ਪਾਸ ਦੇ ਕਾਲਜਿਸ ਨੇ, ਸਿੰਸੀਅਰ ਬੱਚੇ ਅੱਗੇ ਵਧਣ, ਰੈਦਰ ਦੈਨ ਕਿ ਜਿਹੜੇ ਬੱਚੇ ਨੌਨ ਸੀਰੀਅਸ ਨੇ, ਜਿਨ੍ਹਾਂ ਦੀ ਅਕੈਡਮਿਕ ਸੀਰੀਅਸਨੈਸ ਨਹੀਂ ਹੈ, ਸਿਰਫ ਮੋਤਰੀ ਲਈ ਕਹਿੰਦੇ ਨਾ, ਜ਼ਿਆਦਾ ਅੱਗੇ ਬੰਨਾ, ਚੌਧਰ ਪੁਣੇ ਲਈ ਜਿਹੜੇ ਲੋਕੀ ਲੀਡਰਸ਼ਿਪ ਕਰਦੇ ਪਏ ਨੇ, ਪੋਪੂਲੈਰਿਟੀ ਲਈ, ਇਨਫਲੂਐਂਸ ਲਈ, ਲੋਕਾਂ ਨੂੰ ਡਰਾਉਣ ਲਈ, ਧਮਕਾਉਣ ਲਈ, ਰਾਈਟ, ਜਿਨ੍ਹਾਂ ਨੂੰ ਉਸ ਤਰ੍ਹਾਂ ਦੇ ਐਲੀਮੈਂਟਸ ਨੂੰ ਵੀ ਸ਼ੁੱਡ ਨਾਟ ਇਨਕਰੇਜ ਟੂ ਬੀ ਆਰ ਲੀਡਰਸ। ਜੇ ਕੋਈ ਕਹਿੰਦਾ ਹੈ ਕਿ ਆਈ ਐਮ ਸ਼ੋਰ ਕਈ ਲੋਕੀ ਜਿਹਨਾਂ ਨੇ ਜਸਟੀਫਾਈ ਕਰਨਾ ਇਸ ਚੀਜ਼ ਨੂੰ, ਉਹ ਕਹਿਣਗੇ ਜੀ ਲੀਡਰ ਤਾਂ ਕੋਈ ਵੀ ਕੱਲ੍ਹ ਨੂੰ ਵਧੀਆ ਹੋ ਸਕਦਾ, ਇਸ ਤਰ੍ਹਾਂ। ਨੋ, ਦੈਟ ਇਜ਼ ਨਾਟ ਰਾਈਟ। ਆਪਾਂ ਬੈਸਟ ਚਾਂਸਿਸ ਦਈਏ, ਕੋਈ ਵੀ ਹੋ ਸਕਦਾ ਹੈ, ਪਰ ਹਜੇ ਤੱਕ ਉਹਦਾ ਟਰੈਕ ਰਿਕਾਰਡ ਵੇਖੀਏ ਨਾ, ਫਰੋਮ ਸਟੂਡੈਂਟ ਲੀਡਰਸ਼ਿਪ, ਫਰੋਮ ਅਦਰ ਪਲੇਸਿਸ, ਇਹ ਸਾਰਾ ਟਰੈਕ ਰਿਕਾਰਡ ਬੰਦੇ ਦਾ ਬਿਹੇਵੀਅਰ ਸਾਨੂੰ ਵੇਖਣਾ ਚਾਹੀਦਾ। ਜਦੋਂ ਤੱਕ ਉਹ ਪਾਵਰ 'ਚ ਆ ਚੁੱਕੇ ਹੁੰਦੇ, ਵੀ ਆਰ ਨਾਟ ਏਬਲ ਟੂ ਡੂ ਐਨੀਥਿੰਗ ਅਬਾਊਟ ਦੈਟ। ਸਰ ਪਹਿਲਾਂ ਵੀ ਦੇਖਿਆ ਗਿਆ, ਜਿਵੇਂ ਫੂਲਨ ਦੇਵੀ ਡਕੈਤ ਸੀ ਤੇ ਮੁਖਤਿਆਰ ਅੰਸਾਰੀ ਗੈਂਗਸਟਰ ਸੀਗਾ, ਰਾਜਨੀਤੀ ਵਿੱਚ ਖੜੇ ਹੋਏ, ਪੋਪੂਲੈਰਿਟੀ ਕਰਕੇ ਚੋਣ ਜਿੱਤ ਵੀ ਗਏ। ਇਹੋ ਜਿਹੀ ਜਿੱਤ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਮੈਂ ਜੇ ਅਗੇਨ ਜਿਹੜੇ ਟੌਪ ਲੀਡਰਸ ਨੇ ਨਾ ਪੋਲੀਟੀਕਲ ਪਾਰਟੀਜ਼ ਦੇ, ਜਿਹੜੇ ਸਪੋਰਟਰਸ ਹੁੰਦੇ, ਜਾਂ ਮਤਲਬ ਟੌਪ ਲੀਡਰਸ਼ਿਪ ਹੈ ਰਾਈਟ ਐਟ ਦੀ ਟੌਪ,
ਪਾਰਟੀ ਪ੍ਰੈਜ਼ੀਡੈਂਟਸ ਵਗੈਰਾ, ਜਨਰਲ ਸੈਕਟਰੀਜ਼ ਵਗੈਰਾ, ਇਹ ਉਹਨਾਂ ਦੀ ਸ਼ਾਰਟ ਸਾਈਟਿਡਨੈਸ ਦਿਖਾਉਂਦਾ ਕਿ ਉਹ ਕਿੰਨੇ ਸੀਟਾਂ ਦੇ ਭੁੱਖੇ ਨੇ ਜਾਂ ਉਹ ਪਾਰਟੀ ਦੀ ਵਿਜ਼ਨ ਕੀ ਹੈ। ਜਿਹੜੀਆਂ ਪਾਰਟੀਆਂ ਇਹਨਾਂ ਦੇ ਇਹੋ ਜਿਹੇ ਲੀਡਰਸ ਨੂੰ ਇੱਕ ਸੀਟ ਜਿੱਤਣ ਲਈ, ਪੋਪੂਲੈਰਿਟੀ ਲਈ ਉਹਨੂੰ ਵਿਕਟਮ ਦਿਖਾ ਕੇ ਕਿਸੇ ਵੀ ਤਰੀਕੇ ਨਾਲ ਅੱਗੇ ਲੈ ਕੇ ਆਉਂਦੇ ਨੇ, ਜਾਂ ਗੈਂਗਸਟਰ ਜਿਹਦਾ ਇਨਫਲੂਐਂਸ ਹੈ, ਜਿਹਦੇ ਗੁੰਡੇ ਨੇ, ਬਦਮਾਸ਼ ਨੇ, ਉਹਨਾਂ ਲੋਕਾਂ ਦੇ ਦਮ 'ਤੇ ਉਹਨਾਂ ਨੇ ਵੋਟਾਂ ਲੈ ਲੈਣੀਆਂ, ਰਾਈਟ। ਉਸ ਤਰ੍ਹਾਂ ਦੀ ਪਾਰਟੀਜ਼ ਨੂੰ ਹੀ ਸਾਨੂੰ ਤਿਰਸਕਾਰ ਕਰਨ ਦੀ ਲੋੜ ਹੈ। ਅਸੀਂ ਉਹੋ ਜਿਹੀਆਂ ਪਾਰਟੀਆਂ ਨੂੰ ਮੌਕਾ ਹੀ ਨਾ ਦਈਏ। ਜਿਹੜੇ ਲੋਕੀ ਇਹੋ ਜਿਹੇ ਲੀਡਰ ਲਿਆਉਣਾ ਚਾਹੁੰਦੇ ਨੇ ਜਿਹੜੇ ਆਲਰੇਡੀ ਯੂਥ ਨੂੰ ਗਲਤ ਡਾਇਰੈਕਸ਼ਨ 'ਚ ਪਾ ਰਹੇ ਨੇ। ਸਿਰਫ ਕ੍ਰਿਮੀਨਲ ਇੱਕੋ ਤਰੀਕੇ ਦੇ ਨਹੀਂ ਹੁੰਦੇ ਕਿ ਜਿਹੜੇ ਗੋਲੀ ਚਲਾਉਂਦੇ ਨੇ ਜਾਂ ਖੋਹ ਕਰਦੇ ਨੇ ਜਾਂ ਹੋਰ ਕਰਪਸ਼ਨ ਕਰਦੇ ਪਏ ਨੇ ਜਾਂ ਤਸਕਰੀ ਕਰਦੇ ਪਏ ਨੇ। ਕ੍ਰਿਮੀਨਲਸ ਆਰ ਆਫ ਇਕਨੋਮਿਕ ਕ੍ਰਿਮੀਨਲ ਹੁੰਦੇ ਨੇ, ਰਾਈਟ। ਦੈਨ ਜਿਹੜੇ ਲੋਕੀ ਰਾਈਟ ਰੋਲ ਮਾਡਲਸ ਨਹੀਂ ਨੇ, ਜਿਹੜੇ ਸਾਡੇ ਬੱਚਿਆਂ ਨੂੰ, ਮੈਂ ਕਈ ਮਿਊਜ਼ੀਸ਼ੀਅਨਸ ਜਾਂ ਪੀਪਲ ਹੂ ਆਰ entertainers, they come into politics, they don't perform, right। ਤੇ ਕਈ ਲੋਕੀ ਤੇ ਕਿਸ ਤਰ੍ਹਾਂ ਦੀ ਉਹਨਾਂ ਨੇ ਐਂਟਰਟੇਨਮੈਂਟ ਦਿੱਤੀ ਹੈ, ਕਿਸ ਤਰ੍ਹਾਂ ਦੀ ਵੈਲਿਊ ਸਿਸਟਮ ਦਿੱਤੀ ਹੈ, ਉਹਨਾਂ ਦੇ ਗਾਣੇ ਕਿਸ ਤਰ੍ਹਾਂ ਦੇ ਨੇ, ਉਹਨਾਂ ਦਾ ਮਿਊਜ਼ਿਕ ਕਿਸ ਤਰ੍ਹਾਂ ਦਾ ਹੈ, ਇਜ਼ ਇਟ ਟੇਕਿੰਗ ਕਿਡਸ ਇਨ ਦੀ ਰਾਈਟ ਡਾਇਰੈਕਸ਼ਨ। ਫਰੀਡਮ ਆਫ ਸਪੀਚ ਦੇ ਨਾਮ ਤੇ ਤੁਸੀਂ ਆਪਣਾ ਵੈਲਿਊ ਸਿਸਟਮ ਨਹੀਂ ਖਰਾਬ ਕਰ ਸਕਦੇ। ਫਰੀਡਮ ਆਫ ਸਪੀਚ ਹੈ, right, fair enough, you want to say something, but at the same time freedom to save our kids ਵੀ ਤੇ ਹੋਣੀ ਚਾਹੀਦੀ ਹੈ ਨਾ, ਕਿ they are not exposed to such kind of things। ਬੱਚਾ ਥੋੜਾ ਆਪਣੇ ਆਪ ਡਿਜ਼ਾਈਨ ਤੇ ਜਿਹੜੇ ਪਾਰਟੀਜ਼ ਇਹੋ ਜਿਹੇ ਸਿੰਗਰਸ ਨੂੰ, ਇਹੋ ਜਿਹੇ ਐਂਟਰਟੇਨਰਸ ਨੂੰ ਵੀ ਲੈ ਕੇ ਆ ਰਹੀਆਂ ਨੇ, that is also a very dangerous, I would say, trend। ਕੋਈ ਵਿਜ਼ਨ ਨਹੀਂ ਹੈ। ਤੇ ਮੈਨੂੰ ਦੱਸਦਾ ਹੈ ਕਿ ਇਹ ਸਾਡੀ ਵੀ ਇੱਕ ਲੈਕ ਆਫ ਇਨਸਾਈਟ ਦਿਖਾਉਂਦਾ ਹੈ। ਮੈਂ ਅਗੇਨ ਹਮੇਸ਼ਾ ਗੱਲ ਕਰਦਾ ਕਿ ਸਾਨੂੰ ਸੁਧਰਨ ਦੀ ਲੋੜ ਹੈ, ਸਾਨੂੰ ਆਪਣੇ ਆਪ ਨੂੰ ਥੋੜਾ ਮੈਚਿਓਰ ਤੇ ਥੋੜੀ ਮਿਹਨਤ ਕਰਨ ਦੀ ਲੋੜ ਹੈ। ਅਸੀਂ ਵੇਖੀਏ ਕਿ ਇਹ ਲੀਡਰ ਕਿਸ ਬੇਸਿਸ ਤੇ ਸਾਨੂੰ ਆਪਾਂ ਇਹਨੂੰ ਵੋਟ ਪਾ ਦਈਏ। ਜਸਟ ਬਿਕੋਜ਼ ਇਹਦੀਆਂ ਫਿਲਮਾਂ ਹਿੱਟ ਨੇ, ਜਸਟ ਬਿਕੋਜ਼ ਇਹਦੀ ਗਾਣੇ ਹਿੱਟ ਨੇ, ਰਾਈਟ। ਇਟ ਕਾਂਟ ਬੀ ਬੇਸਡ ਔਨ ਦੈਟ। ਪਾਰਟੀ ਦਾ ਵਿਊ ਇੱਕ ਹੋਣਾ ਚਾਹੀਦਾ। ਉਸ ਤੋਂ ਇਲਾਵਾ ਪਾਰਟੀ ਕੋ ਜੇ ਉਸ ਏਰੀਆ 'ਚ ਕੋਈ ਇਹੋ ਜਿਹਾ ਕੰਕਰੀਟ ਬੰਦਾ ਹੀ ਨਹੀਂ ਹੈ ਲੋਕਲ ਜਿਹੜਾ ਉੱਥੇ ਤੁਹਾਨੂੰ ਸਰਵ ਕਰ ਪਾਏ, ਜਿਹੜਾ ਵਰਥ ਇਟ ਨਹੀਂ ਹੈ ਵੋਟ ਲੈਣ ਦੇ, ਉਹ ਪਾਰਟੀ ਭਾਵੇਂ ਪਾਵਰ 'ਚ ਹੀ ਆ ਜਾਏ ਤੁਹਾਡੇ ਲਈ ਬਹੁਤ ਜ਼ਿਆਦਾ ਕਰ ਨਹੀਂ ਪਾਏਗੀ। ਕਿਉਂਕਿ every local development will generally, apart from government policies and other thing, will happen through member parliament and MLA who will fight for your area, है ना। resources limited ने, जो बंदा absent ही है उन्हें कभी available ही नहीं होना। पर again people need to be more aware, people need to focus on right things, right questions। ਇਸੇ ਤੇ ਹੀ ਮੈਂ ਸੁਣਾਉਣ ਲੱਗੀ ਹਾਂ, ਤੁਸੀਂ ਆਰਟਿਸਟ ਦੀ ਗੱਲ ਕੀਤੀ। ਪੰਜਾਬ ਦੀ ਸਿਆਸਤ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਟਿਕਟ ਮਿਲੀ ਹੈ ਤੇ ਉੱਦਾਂ ਹੀ ਲੱਖਾ ਸਦਾਣਾ ਨੂੰ ਵੀ ਟਿਕਟ ਆਫਰ ਕੀਤੀ ਹੈ। ਸੋ ਇਹ ਜੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਚੋਣਾਂ ਜਿੱਤਣ ਦਾ ਮੁੱਦਾ ਪੋਪੂਲੈਰਿਟੀ ਤੇ ਬੇਸਡ ਹੋਇਆ, ਪੋਪੂਲੈਰਿਟੀ ਦੇ ਪੈਮਾਨੇ ਤੇ ਹੋਇਆ, ਤੇ ਕਿੱਥੇ ਜਾ ਰਿਹਾ ਸਰ ਪੰਜਾਬ ਦਾ ਭਵਿੱਖ? ਦੇਖੋ ਜੇ ਪਾਰਟੀ ਨੇ ਡਿਸੀਜਨ ਲਿੱਤਾ, ਇਟ ਇਜ਼ ਨਾਟ ਅ ਵੈਰੀ, ਆਈ ਮੀਨ ਤੁਸੀਂ ਕਾਂਗਰਸ ਨੇ ਉਹਨੂੰ ਟਿਕਟ ਦਿੱਤੀ ਹੈ ਮੂਸੇਵਾਲੇ ਨੂੰ, ਹੈ ਨਾ। he is a singer, he is an entertainer, but the quality, the message that he is giving, ਉਹ ਤੇ ਲੋਕਾਂ ਨੂੰ ਐਂਗਸ਼ੀਅਸ ਕਰਦਾ ਪਿਆ, ਯੂਥ ਨੂੰ ਇੱਕ rather than telling the message of being humble, ਉਹ ਕਹਿ ਰਿਹਾ ਜੀ ਬੰਦੂਕ ਰੱਖ ਲਓ। ਮੈਂ ਉਹਨਾਂ ਦੇ ਗਾਣਿਆਂ ਨਾਲ ਜ਼ਿਆਦਾ ਵਾਕਿਫ ਨਹੀਂ ਹੈ, but I know he is a popular singer। ਕਾਫੀ ਕੇਸ ਦਰਜ ਨੇ ਸਰ, ਕੇਸ ਵੀ ਦਰਜ ਹੋਏ ਨੇ ਕਈ ਵਾਰੀ। ਉਹ ਵੀ ਪੋਪੂਲੈਰਿਟੀ ਗੇਨ ਕਰਨ ਦਾ ਇੱਕ ਤਰੀਕਾ ਹੁੰਦਾ ਹੈ, ਰਾਈਟ। ਦੇ ਆਰ ਰਿਲਾਈਂਗ ਔਨ, ਦੇ ਆਰ ਫਿਸ਼ਿੰਗ ਇਨ ਟਰਬਲਡ ਵਾਟਰ। ਉਹਦਾ ਮਾਈਂਡਸੈਟ ਕੀ ਆ, ਮੇਰੇ ਤੇ ਕੇਸ ਹੋਣ, ਮੈਂ ਕੰਟਰੋਵਰਸ਼ੀਅਲ ਗੱਲ ਕਰਾਂ, ਹੈ ਨਾ। ਕੱਲ੍ਹ ਨੂੰ ਜਦੋਂ ਪੋਲੀਟਿਕਸ 'ਚ ਆਏਗਾ, ਉਹਨਾਂ ਦੀ ਟੈਂਡੈਂਸੀ ਤਾਂ ਹੈਗੀ ਆ ਫਿਸ਼ਿੰਗ ਇਨ ਟਰਬਲ। ਅੱਜ ਪੋਪੂਲੈਰਿਟੀ ਲਈ ਉਹ ਇਹੋ ਜਿਹੇ ਲਿਰਿਕਸ ਯੂਜ਼ ਕਰਦੇ ਪਏ ਨੇ, ਇਹੋ ਜਿਹੇ ਆਲਟਰਕੇਸ਼ਨ 'ਚ ਪੈ ਰਹੇ ਨੇ, ਹੈ ਨਾ। ਉਸ ਤੋਂ ਬਾਅਦ ਪੋਲੀਟਿਕਸ 'ਚ ਆਉਣ ਲਈ ਕੀ ਕਰਨਗੇ ਕਿ ਬਈ ਦੇ ਕੈਨ ਸਟਾਰਟ ਫਿਸ਼ਿੰਗ, ਕਿ ਬਈ ਮੈਂ ਲੋਕਾਂ ਨੂੰ ਲੜਾ ਦੇਣਾ, ਮੈਂ ਕਰ ਦੇਣਾ। ਬਿਕੋਜ਼ ਉਹਨਾਂ ਨੂੰ ਲੱਗਦਾ ਹੈ ਕਿ ਫਿਸ਼ਿੰਗ ਇਨ ਟਰਬਲਡ ਵਾਟਰਸ ਮਤਲਬ ਕਿ ਲੋਕਾਂ ਨੂੰ ਆਪਸ ਲੜਾ ਕੇ ਇਸ਼ੂ ਖੜੇ ਕਰਕੇ ਫਾਇਦਾ ਹੁੰਦਾ। ਉਹ ਇਹ ਸਿੱਖ ਚੁੱਕੇ ਨੇ, ਉਹ ਹੈਬਿਟ ਬਣ ਜਾਂਦੀ ਹੈ ਨਾ। ਹੁਣ ਇੱਕ ਬੰਦੇ ਨੇ ਜਿਹਨੇ ਸਾਡੇ ਔਨ ਦੀ ਰਿਪਬਲਿਕ ਡੇ ਸਮਨ ਹੂ ਬੇਸਿਕਲੀ ਡਿਸਰਿਸਪੈਕਟਡ ਆਰ ਨੈਸ਼ਨਲ ਫਲੈਗ, ਮੈਂ ਤਾਂ ਹੈਰਾਨ ਹੋਊਂਗਾ ਜੇ ਉਹਨਾਂ ਨੂੰ ਕੋਈ ਵੀ ਬੰਦਾ ਜਿਹੜਾ ਵੋਟ ਪਾਏਗਾ, ਇੱਕ ਵੀ ਵੋਟ ਵਿਦਿਨ ਦੇਅਰ ਫੈਮਿਲੀ ਆਲਸੋ, ਆਈ ਥਿੰਕ ਉਹ ਪੂਰੀ ਪਾਰਟੀ ਨੂੰ ਸ਼ੁੱਡ ਪੇ ਫॉर ਇਟ, ਕਿ ਸਮਨ ਹੂ ਇਜ਼ ਡਿਸਰਿਸਪੈਕਟਿੰਗ ਦੀ ਨੈਸ਼ਨਲ ਫਲੈਗ। ਤੇ ਉਹਨਾਂ ਨੂੰ ਤੁਸੀਂ ਅੱਜ ਕੱਲ੍ਹ ਨੂੰ ਇਟ ਬਿਕਮ ਸੋ ਈਜ਼ੀ, ਤੁਸੀਂ ਕੋਈ ਵੀ ਐਂਟੀ ਨੈਸ਼ਨਲ ਕੰਮ ਕਰੋ, ਕੋਈ ਵੀ ਡਿਸਰਿਸਪੈਕਟਫੁਲ ਕੰਮ ਕਰੋ, ਕੋਈ ਵੀ ਚੀਜ਼ ਥੋੜ੍ਹੇ ਕੀ ਕਹਿੰਦੇ ਉਹਨੂੰ ਵਰਡ, ਸਨਸਨੀਖੇਜ਼ ਚੀਜ਼ਾਂ ਕਰਨੀਆਂ ਸ਼ੁਰੂ ਕਰੋ, ਉਹਦੇ ਬੇਸਿਸ 'ਤੇ ਤੁਸੀਂ ਪੋਲੀਟੀਸ਼ੀਅਨ ਬਣ ਸਕਦੇ ਹੋ, ਲੀਡਰ ਬਣ ਸਕਦੇ ਹੋ। ਸੋਸ਼ਲ ਮੀਡੀਆ ਨੇ ਇਹੋ ਜਿਹੇ ਕੀਤਾ, ਕਿੰਨੇ ਲੋਕੀ ਆਪਣੀ ਵੀਡੀਓਜ਼ ਪਾਪੂਲਰ ਕਰਨ ਲਈ ਦੇ ਆਰ ਵਿਲਿੰਗ ਟੂ ਟੇਕ ਸਟੈਪਸ ਵਿਚ ਆਰ ਇਮੋਰਲ। ਜੇ ਇਹ ਕਲਚਰ ਸ਼ੁਰੂ ਹੋ ਗਿਆ, ਇਟ ਇਜ਼ ਵੈਰੀ ਵੈਰੀ ਡੇਂਜਰਸ ਟ੍ਰੈਂਡ ਫॉर ਇੰਟਾਇਰ ਕੰਟਰੀ। ਇਸ ਵੇਲੇ ਤਾਂ ਗਲੋਬਲ ਟ੍ਰੈਂਡ, ਐਂਡ ਇਟ ਵਿਲ ਹਰਟ ਪੰਜਾਬ ਟ੍ਰੀਮੈਂਡਸਲੀ।
ਸਰ ਹਾਲੇ ਈਸੀ ਨੇ ਨੋਟਿਸ ਜਾਰੀ ਕੀਤਾ ਕਾਫੀ ਸਿਆਸਤੀ ਪਾਰਟੀਆਂ ਨੂੰ ਟੂ ਐਕਸਪਲੇਨ ਦ ਸਿਲੈਕਸ਼ਨ ਆਫ ਕੈਂਡੀਡੇਟਸ ਵਿਦ ਕ੍ਰਿਮੀਨਲ ਬੈਕਗ੍ਰਾਉਂਡ ਐਂਡ ਆਲਸੋ ਮੈਂਸ਼ਨ ਦ ਰੀਜ਼ਨਸ ਵਾਈ ਦੇ ਹੈਵ ਚੋਜ਼ਨ। ਇਹਨੂੰ ਤੁਸੀਂ ਕਿੱਦਾਂ ਦੇਖੋਗੇ? ਇਟਸ ਅ ਗੁੱਡ, ਜੇ ਇਹਨੂੰ ਸੀਰੀਅਸਲੀ ਕਈ ਵਾਰੀ ਚੈੱਕ ਬਾਕਸ ਕਰਨ ਲਈ ਇੱਕ ਐਕਟੀਵਿਟੀ ਕੀਤੀ ਜਾਂਦੀ ਹੈ, ਕਈ ਵਾਰੀ ਸੀਰੀਅਸਲੀ। ਹੁਣ ਆਪਾਂ ਵੇਖਦੇ ਹਾਂ ਇਲੈਕਸ਼ਨ ਕਮਿਸ਼ਨ ਉਹਨਾਂ ਦੇ ਜੇ 100% ਹੀ ਆਨਸਰ ਤੋਂ ਜਸਟੀਫਾਈ ਹੋ ਗਿਆ ਤਾਂ ਮਤਲਬ ਕਿ ਖਾਨਾ ਪੂਰਤੀ ਸੀ। ਜੋ ਕਹਿੰਦਾ ਜੀ ਇਹ 10 ਦੀ ਟਿਕਟ ਕੈਂਸਲ ਕਰਦਾ, 50% ਦੀ 60% ਦੀ, ਕਿ ਵੀ ਆਰ ਨਾਟ ਹੈਪੀ ਵਿਦ ਯੋਰ ਆਨਸਰ, ਫਿਰ ਆਪਾਂ ਮੰਨਾਂਗੇ ਕਿ ਇਟ ਵਾਜ਼ ਅ ਸੀਰੀਅਸ ਐਕਸਰਸਾਈਜ਼। ਹੁਣ ਇਲੈਕਸ਼ਨ ਕਮਿਸ਼ਨ ਦੇ ਉੱਤੇ ਇਹ ਲੋਕਾਂ ਦਾ ਭਰੋਸਾ ਤਾਈਓ ਜ਼ਿਆਦਾ ਹੋਏਗਾ ਜੇ ਇਸ ਐਕਸਰਸਾਈਜ਼ ਤੋਂ ਕੁਝ ਰਿਜ਼ਲਟ ਨਿਕਲੇ ਕਿ ਬਈ ਨਹੀਂ ਇਹ ਟਿਕਟਾਂ ਤੁਹਾਨੂੰ ਵਾਪਸ ਕਰਨੀਆਂ ਪੈਣੀਆਂ। ਸਰ ਫਾਈਨੈਂਸ਼ੀਅਲ ਬੈਕਗ੍ਰਾਉਂਡ ਦੀ ਜੇ ਆਪਾਂ ਗੱਲ ਕਰਦੇ ਹਾਂ, ਸਰ ਸੁਣਨ 'ਚ ਆਉਂਦਾ ਹਾਇਰ ਦ ਐਸੈਟਸ ਮੋਰ ਦ ਚਾਂਸਸ ਆਫ ਵਿਨਿੰਗ ਦ ਇਲੈਕਸ਼ਨਸ। ਇਹ ਕਿੰਨੀ, ਇਹਦੇ 'ਚ ਕਿੰਨੀ ਕੀ ਸੱਚਾਈ ਹੈ ਸਰ? ਡੈਮੋਕ੍ਰੇਸੀ ਇਜ਼ ਬਿਕਮਿੰਗ ਕਾਸਟਲੀ ਐਵਰੀ ਡੇ, ਹੈ ਨਾ। ਤੇ ਜੇ ਤੁਹਾਡੇ ਕੋਲ ਰਿਸੋਰਸਿਸ ਨੇ, ਯੂ ਵਿਲ ਸਪਰੈਡ ਦੀ ਮੈਸੇਜ, ਯੂ ਵਿਲ ਬੀ ਏਬਲ ਟੂ ਇਨਫਲੂਐਂਸ ਪੀਪਲ, ਰਾਈਟ। ਤੇ ਪੋਲੀਟਿਕਸ ਨੇ ਸ਼ੇਪ ਚੇਂਜ ਕੀਤੀ ਹੈ ਨਾ। ਕੁਛ ਆਫ ਕੋਰਸ ਟਰੂ ਲੀਡਰਸ ਵਿਦ ਹੰਬਲ ਬੈਕਗਰਾਉਂਡ ਦੇ ਵਿਲ ਕਮ ਟੂ ਦੀ ਟੌਪ, ਬਟ ਐਟ ਲੀਸਟ ਅੱਗੇ ਫਿਊਚਰ ਦਾ ਮੈਨੂੰ ਪਤਾ ਨਹੀਂ, ਕਿਉਂਕਿ ਫਿਊਚਰ 'ਚ ਆਈ ਥਿੰਕ ਦਿਸ ਵਰਲਡ ਵਿਲ ਚੇਂਜ ਵੈਰੀ ਡਿਫਰੈਂਟਲੀ। ਪਰ ਪਿਛਲੇ 2-3 ਹਜ਼ਾਰ ਸਾਲਾਂ ਤੋਂ ਜਦੋਂ ਦੀ ਅਸੀਂ ਐਗਰੀਕਲਚਰ ਇਕੋਨਮੀ ਬਣੇ, ਫਿਰ ਇੰਡਸਟਰੀਅਲ ਇਕੋਨਮੀ ਬਣੇ, people who have wealth and power, they were leading people, they were making decisions. ਉਹਦੇ ਫਾਰਮੈਟ ਚੇਂਜ ਹੁੰਦੇ ਗਏ ਨੇ। ਅੱਜ ਡੈਮੋਕ੍ਰੇਸੀਜ਼ ਨੇ, ਪ੍ਰਾਈਮ ਮਿਨਿਸਟਰ ਹੁੰਦੇ ਨੇ, ਪ੍ਰੈਜ਼ੀਡੈਂਟ ਹੁੰਦੇ ਨੇ, ਬਟ ਮਨੀ ਐਂਡ ਪਾਵਰ ਗੋਜ਼ ਹੈਂਡ ਇਨ ਹੈਂਡ। ਦਿਸ ਇਜ਼ ਦੀ ਸੈਡ ਟਰੁਥ ਆਫ ਪੋਲੀਟਿਕਸ ਗਲੋਬਲੀ, ਹੈ ਨਾ। ਤੇ ਜੇ ਤੁਹਾਡੇ ਕੋਲ ਰਿਸੋਰਸਿਸ ਨੇ, ਪ੍ਰੋਬਬਲੀ ਇਟ ਸ਼ੋਜ਼ ਦੈਟ ਯੂ ਆਰ ਕੈਪੇਬਲ ਪਰਸਨ, ਰਾਈਟ। ਮੈਂ ਨਹੀਂ ਕਹਿ ਰਿਹਾ ਕਿ ਸਿਰਫ ਅਮੀਰ ਆਦਮੀ ਕੈਪੇਬਲ ਹੈ, ਬਟ ਕਿਸੇ ਬੰਦੇ ਨੇ ਪੈਸੇ ਕਿਵੇਂ ਕਮਾਏ, ਮੈਂ ਇਮਾਨਦਾਰੀ ਦੀ ਗੱਲ ਕਰਦਾ ਪਿਆ। ਇਟ ਮੀਨਸ ਉਹਨਾਂ ਸਰਟਨ ਕੈਪੇਬਿਲਿਟੀ। ਅੱਜ ਕੁਛ ਸਾਡੇ ਐਂਟਰਪ੍ਰੇਨਰਸ ਪੋਲੀਟੀਸ਼ੀਅਨ ਬਣਨਾ ਚਾਹਣ, ਰਾਈਟ। ਤੇ ਇਹਦਾ ਮਤਲਬ ਉਹਨਾਂ ਦੀ ਸਰਟਨ ਕੈਪੇਬਿਲਿਟੀ ਸੀ ਨਾ। ਵੀ ਸ਼ੁੱਡ ਨਾਟ ਸੀ ਐਵਰੀ ਮਨੀ ਇਨ ਅ ਨੈਗੇਟਿਵ ਸੈਂਸ। ਮਨੀ ਇਜ਼ ਨਾਟ ਅ ਡਰਟੀ ਵਰਡ। ਆਪਾਂ ਸਾਰੇ ਪੈਸੇ ਕਮਾਉਣਾ ਚਾਹੁੰਦੇ ਹਾਂ, ਅੱਗੇ ਵਧਣਾ ਚਾਹੁੰਦੇ ਹਾਂ, ਪਰ ਉਹਦਾ ਜਿਹੜਾ ਤਰੀਕਾ ਹੈ ਉਹ ਵਧੀਆ ਹੋਣਾ ਚਾਹੀਦਾ ਹੈ। ਪੈਸਾ ਕਿਵੇਂ ਆਇਆ, ਕੀ ਕੰਮ ਕੀਤੇ ਤੁਸੀਂ, ਇਫ ਯੂ ਹੈਵ ਦੈਟ ਕਾਈਂਡ ਆਫ ਬੈਕਗਰਾਉਂਡ, ਮੈਨੂੰ ਜੇ ਤੁਸੀਂ ਉਸ ਤਰੀਕੇ ਨਾਲ ਵੱਡੇ ਆਦਮੀ ਬਣੇ ਹੋ, ਤੁਸੀਂ ਪੋਲੀਟਿਕਸ 'ਚ ਜਾ ਕੇ ਵੀ ਬਹੁਤ ਵੱਡੇ ਕ੍ਰਿਮੀਨਲ ਨਹੀਂ ਬਣਨ ਵਾਲੇ। ਚਾਂਸਿਸ ਘੱਟ ਨੇ, ਹੋ ਕੁਛ ਵੀ ਸਕਦਾ ਹੈ ਨਾ, ਬਟ ਦ ਚਾਂਸਿਸ ਆਰ ਯੂ ਵਿਲ ਫਾਈਂਡ ਇਨੋਵੇਟਿਵ ਵੇਜ਼ ਟੂ ਜਨਰੇਟ ਵੈਲਥ ਫॉर योर पीपल ਆਲਸੋ, ਇਨੋਵੇਟਿਵ ਵੇਜ਼ ਟੂ ਜਨਰੇਟ ਰਿਸੋਰਸਿਸ ਫॉर योर ਪਾਰਟੀ ਸੌਰੀ ਕਹਿ ਰਹੇ ਫॉर योर ਗਵਰਨਮੈਂਟ, ਫॉर योर ਸਟੇਟ ਐਕਸਚੈਕਰ। ਤੁਸੀਂ ਇਨੋਵੇਟਿਵ ਚੀਜ਼ਾਂ ਲੈ ਕੇ ਆਓਗੇ ਕਿਉਂਕਿ ਤੁਸੀਂ ਸਮਝਦੇ ਹੋ ਕਿ ਪੈਸਾ ਕਿਵੇਂ ਜਨਰੇਟ ਕੀਤਾ ਜਾਂਦਾ, ਵੈਲਥ ਕਿਵੇਂ ਜਨਰੇਟ ਕੀਤੀ ਜਾਂਦੀ ਹੈ, ਸ਼ਾਰਟਕਟਸ ਨਹੀਂ ਲਓਗੇ। ਪਰ ਜੇ ਪੈਸਾ ਤੁਸੀਂ ਪਹਿਲਾਂ ਹੀਰੋਇਨ ਦੀ ਤਸਕਰੀ ਕਰਦੇ ਸੀ, ਹੁਣ ਤੁਸੀਂ ਮਿਨਿਸਟਰ ਬਣ ਗਏ ਹੋ, ਉਹ ਫਿਰ ਉਹ ਦੈਨ ਰੱਬ ਹੀ ਰੱਖਾ ਜੀ। ਸਰ ਐਜੂਕੇਸ਼ਨ ਦੀ ਆਪਾਂ ਗੱਲ ਕੀਤੀ ਕਿ ਸਟੂਡੈਂਟ ਲੀਡਰਸ਼ਿਪ ਦੇ ਵਿੱਚ ਮਸਟ ਬੀ ਇੰਡਿਸਪੈਂਸੇਬਲ। ਜੇ ਆਪਾਂ ਮੌਜੂਦਾ ਸਥਿਤੀ ਦੀ ਗੱਲ ਕਰਦੇ ਹਾਂ ਸਿਆਸਤ ਦੇ ਵਿੱਚ, ਕਿੰਨੇ ਕੇ ਐਮਪੀਜ਼, ਕਿੰਨੇ ਕੇ ਐਮਐਲਏਜ਼ ਹੈ ਜਿਹੜੇ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਹੈਗੇ ਆ? ਸੋ ਇਹਦਾ ਹੈਗਾ ਲਿੰਕ ਕੋਈ ਐਜੂਕੇਸ਼ਨ ਦਾ, ਲੀਡਰਸ਼ਿਪ ਦਾ? ਦੇਖੋ ਮੇਰੇ ਖਿਆਲ ਡੈਫੀਨੇਟਲੀ ਹੋਏਗਾ। ਮੈਂ ਬੇਸਿਕ ਜੀ ਗੱਲ ਕਰਦਾ, ਜਿਹੜਾ ਬੰਦਾ ਅੱਜ ਅਗੇਨ ਡਿਪੈਂਡ ਔਨ ਦੀ ਕੁਆਲਿਟੀ ਆਫ ਐਜੂਕੇਸ਼ਨ ਆਲਸੋ, ਜਿਹੜਾ ਬੰਦਾ ਆਪਣੀ ਪੜ੍ਹਾਈ 10ਵੀਂ ਨਹੀਂ ਪੂਰੀ ਕਰਦਾ ਪਿਆ, ਓਪਰਚੁਨਿਟੀ ਤਾਂ ਸਾਡੇ ਦੇਸ਼ 'ਚ ਫ੍ਰੀ ਸਰਕਾਰੀ ਇੰਸਟੀਟਿਊਟ ਨੇ ਸਾਰਿਆਂ ਨੂੰ ਮਿਲਦੀ ਪਈ ਹੈ, ਹੀ ਇਜ਼ ਗਿਵਿੰਗ ਅਪ ਔਨ ਡਿਫੀਕਲਟ ਥਿੰਗਸ। ਉਹ ਬੰਦਾ ਪਹਿਲਾਂ ਹੀ ਗਿਵ ਅਪ ਕਰਦਾ ਪਿਆ, ਮੈਂ ਨਹੀਂ ਕਰਨਾ। ਹੀ ਮਾਈਟ ਬੀ ਅਟਰੈਕਟਿਡ ਟੂ ਐਂਟੀ ਸੋਸ਼ਲ ਐਕਟੀਵਿਟੀਜ਼। ਇਹ ਰੀਜ਼ਨ ਹੋ ਸਕਦੇ ਨੇ, ਬਟ ਇਟ ਹੈਜ਼ ਟੂ ਬੀ ਸੈਟ ਬੇਸਡ ਔਨ ਪ੍ਰੋਪਰ ਰਿਸਰਚ। ਇਹ ਪ੍ਰਿਓਰੀ ਕਹਿਣਾ ਮੁਸ਼ਕਿਲ ਹੈ, ਪਰ ਐਟਲੀਸਟ ਸਟੂਡੈਂਟ ਲੀਡਰਸ਼ਿਪ ਲਈ ਕੁਝ ਟਰਮਸ ਲਈਆਂ ਜਾ ਸਕਦੀਆਂ। ਤੁਹਾਡੀ ਅਟੈਂਡੈਂਸ ਇੰਨੀ ਹੋਣੀ ਚਾਹੀਦੀ ਹੈ, ਤੁਹਾਡੇ CGP ਜਾਂ ਮਾਰਕਸ ਇੰਨੇ ਹੋਣੇ ਚਾਹੀਦੇ ਆ। ਦਿਸ ਸ਼ੁੱਡ ਬੀ ਮੇਡ ਮੈਂਡੇਟਰੀ ਕਿ ਤੁਸੀਂ ਐਂਡ 'ਚ ਪੜ੍ਹਨ ਆਏ ਹੋ। ਪੜ੍ਹਾਈ ਦੀ ਸਿੰਸੈਰਿਟੀ ਹੋਣੀ ਚਾਹੀਦੀ, ਉਹਦੀ ਸੈਂਕਟਿਟੀ ਹੋਣੀ ਚਾਹੀਦੀ ਆ। ਤੁਸੀਂ ਉਹ ਕੰਮ ਚੰਗਾ ਕਰੋਗੇ, ਲੀਡਰਸ਼ਿਪ ਵੀ ਕਰੋ, ਤੇ ਆਪਣੇ ਆਪ ਹੀ ਆਟੋ ਸਿਲੈਕਸ਼ਨ, ਫਿਲਟਰਿੰਗ ਹੋਣੀ ਸ਼ੁਰੂ ਹੋ ਜਾਏਗੀ। ਜਿਹੜੇ ਬੰਦੇ ਬਿਲਕੁਲ ਹੀ ਨਿਖੱਧ ਨੇ, ਉਹਨਾਂ ਦਾ ਆਉਣਾ ਬੰਦ ਹੋਣਾ ਹੋਏਗਾ। ਜਿਹੜੇ ਸਿਰਫ ਪੈਸੇ ਤੇ ਬਦਮਾਸ਼ੀ ਦੇ ਜ਼ੋਰ ਤੇ ਆ ਰਹੇ ਨੇ, ਉਹਨਾਂ ਦਾ ਆਉਣਾ ਘੱਟ ਹੋਏਗਾ, ਰਾਈਟ। ਤੇ ਬਾਕੀ ਥੋੜਾ ਇੱਕ ਸਿਕਿਉਰ ਲਾਅ ਐਂਡ ਆਰਡਰ ਜੇ ਵਧੀਆ ਹੋਏਗਾ, ਜੇ ਇਹੋ ਜਿਹੇ ਲੋਕੀ ਪੋਲੀਟਿਕਸ ਨਹੀਂ ਆਉਣਗੇ, ਜੇ ਉੱਤੋਂ ਪੋਲੀਟੀਸ਼ੀਅਨ ਹੀ ਉਹਨਾਂ ਨੂੰ ਸ਼ਹਿ ਦੇ ਰਹੇ ਨੇ ਤੁਸੀਂ ਲੜਾਈ ਝਗੜੇ ਕਰੋ, ਜੋ ਮਰਜ਼ੀ ਕਰੋ, ਪਰ ਜੇ ਇਸ ਮਾਈਂਡਸੈਟ ਵਾਲੇ ਲੋਕੀ ਉੱਤੇ ਵੀ ਨਹੀਂ ਹੋਣਗੇ ਤੇ ਬੱਚੇ ਲਾਅ ਐਂਡ ਆਰਡਰ ਆਪਣੇ ਆਪ ਪ੍ਰੋਪਰਲੀ ਇੰਪਲੀਮੈਂਟ ਹੋਏਗਾ, ਹੈ ਨਾ। ਤੇ ਸਰਟਨ ਹੋਰ ਵੀ ਕ੍ਰਿਮੀਨਲਾਈਜੇਸ਼ਨ ਨੂੰ ਪੋਲੀਟਿਕਸ ਖਤਮ ਕਰਨ ਲਈ ਪੁਲਿਸ ਰਿਫਾਰਮਸ ਦੀ ਵੀ ਲੋੜ ਹੈ। ਜੇ ਪੁਲਿਸ ਪੋਲੀਟੀਸ਼ੀਅਨ ਦੇ ਅੰਡਰ ਹੈ ਤਾਂ ਉਹਨੂੰ ਤੋੜੇਗਾ ਮਰੋੜੇਗਾ। ਜਦ ਮੇਰੀ ਗਰੋਥ, ਮੇਰੀ ਟਰਾਂਸਫਰ ਕਿਸੇ ਪੋਲੀਟੀਸ਼ੀਅਨ ਦੇ ਹੱਥ ਹੈ, ਮੈਨੂੰ ਉਹਦੀ ਗੱਲ ਸੁਣਨੀ ਪਏਗੀ। ਸੋ ਪੁਲਿਸ ਰਿਫਾਰਮਸ ਆਰ ਨੀਡ ਆਫ ਆਰ ਨੇਸ਼ਨ, ਜਿੱਥੇ ਪੁਲਿਸ ਦੀ ਗਰੋਥ, ਪਰਫਾਰਮੈਂਸ ਇੰਡੀਪੈਂਡੈਂਟ ਹੋਵੇ ਫਰੋਮ ਦੀ ਪੋਲੀਟੀਸ਼ੀਅਨਸ। ਇੰਡੀਪੈਂਡੈਂਟ ਇੱਕ ਟ੍ਰਿਬਿਊਨਲ ਦੇ ਅੰਡਰ ਸਾਡੀ ਪੂਰੀ ਪੁਲਿਸ ਹੋਣੀ ਚਾਹੀਦੀ ਹੈ। ਸਰ ਆਪਾਂ ਗੱਲ ਕੀਤੀ ਫਾਈਨੈਂਸ਼ੀਅਲ ਕ੍ਰਿਮੀਨਲ ਬੈਕਗਰਾਉਂਡ ਐਨਾਲਿਸਿਸ ਦੀ ਗੱਲ ਕੀਤੀ, ਮੁੱਖ ਦੀ ਗੱਲ ਕੀ ਹੈ ਸਰ, ਸੋਲੂਸ਼ਨ ਕੀ ਹੈ ਇਸ ਮੁੱਦੇ ਦਾ? ਦੇਖੋ ਸੋਲੂਸ਼ਨ, ਪਹਿਲੀ ਗੱਲ ਪੋਲੀਟੀਕਲ ਵਿਲ, ਕਿ ਟੌਪ ਪੋਲੀਟੀਸ਼ੀਅਨ ਜਿਹੜੇ ਆਪਣੇ ਆਪ ਨੂੰ ਸਾਡੇ ਰਹਿਨੁਮਾ ਕਹਿੰਦੇ ਨੇ,
ਰਾਈਟ ਐਟ ਦੀ ਟੌਪ ਉਹਨਾਂ ਨੂੰ ਬਹਿ ਕੇ ਕਹਿਣਾ ਕਿ ਆਪਾਂ ਕ੍ਰਿਮੀਨਲ ਨਹੀਂ ਲੈਣੇ, ਦੇ ਹੈਵ ਟੂ ਡਿਸਾਈਡ ਔਨ ਦਿਸ ਥਿੰਗ, ਠੀਕ ਹੈ ਨਾ, ਕਿ ਕੁਝ ਵੀ ਹੋ ਜਾਏ, ਨੁਕਸਾਨ ਹੋ ਜਾਏ, ਪਰ ਆਪਾਂ ਦੇਸ਼ ਦੇ ਲਈ ਇਹ ਸੈਕਰੀਫਾਈਸ ਕਰਨ ਨੂੰ ਤਿਆਰ ਹੈ ਸ਼ਾਰਟ ਟਰਮ। ਇਹ ਲੈਗੇਸੀ ਹੈ ਸਾਡੇ ਬੱਚਿਆਂ ਦੀ ਲੈਗੇਸੀ। ਮੇਰੇ ਦਿਮਾਗ 'ਚ ਇੱਕ ਆਈਡੀਆ ਹੁਣੀ ਤੁਹਾਡੇ ਨਾਲ ਗੱਲ ਕਰਦੇ ਆਇਆ, ਹੁਣ ਜਿਹੜਾ ਵੀ ਬੰਦਾ ਪੋਲੀਟੀਸ਼ੀਅਨ ਹੈ ਹੂ ਹੈਜ਼ ਸਟੂਡ ਇਨ ਐਨੀ ਲੈਵਲ ਆਫ ਇਲੈਕਸ਼ਨਸ, ਉਹਨਾਂ ਦੇ ਲਈ ਫਾਸਟ ਟਰੈਕ ਕੋਰਟਸ ਹੋਣੇ ਚਾਹੀਦੇ ਨੇ। ਲੋਕ ਦੇਖੋ ਲੀਡਰਸ ਬੜੇ ਕੰਫਰਟੇਬਲ ਨੇ, 10 ਕੇਸ ਚੱਲਦੇ ਪਏ ਨੇ, ਉਹਨਾਂ ਨੂੰ ਪਤਾ 20 ਸਾਲ ਚੱਲਦੇ ਰਹਿਣਗੇ, ਕੋਈ ਫਰਕ ਨਹੀਂ ਪੈਣਾ, ਦੇ ਕੈਰੀ ਔਨ ਵਿਦ ਦੇਅਰ ਐਕਟੀਵਿਟੀਜ਼। ਜੇ ਇਹ ਹੋ ਜੇ ਕਿ ਜਿਹੜਾ ਬੰਦਾ ਪੋਲੀਟੀਸ਼ੀਅਨ ਹੈ, ਉੱਤੇ ਕੇਸ ਚੱਲਦਾ ਪਿਆ ਨਾ, 6 ਮਹੀਨੇ 'ਚ ਉਹਦੇ ਕੇਸ ਦਾ ਨਤੀਜਾ ਆਏਗਾ। ਜੇ ਉਹ ਕ੍ਰਿਮੀਨਲ ਸਾਬਿਤ ਹੋ ਗਿਆ, ਉਸ ਤੋਂ ਬਾਅਦ ਉਹ ਪੋਲੀਟਿਕਸ 'ਚ ਦੁਬਾਰਾ ਨਹੀਂ ਆਏਗਾ, ਉਹਨੂੰ ਉਹਦੀ ਸਜ਼ਾ ਮਿਲੇਗੀ। ਫਾਸਟ ਟਰੈਕ ਕੋਰਟਸ ਬਣਾਏ ਜਾਣ ਸਿਰਫ ਪੋਲੀਟੀਸ਼ੀਅਨ ਲਈ। ਜਿਹੜਾ ਕਰਪਟ ਪੋਲੀਟੀਸ਼ੀਅਨ ਹੈ ਉਹ ਆਪਣੇ ਆਪ ਨਿਕਲੇਗਾ। ਉਹਨੂੰ ਕੋ ਜੇ ਤੁਸੀਂ ਅਪਲਾਈ ਕਰਦੇ ਪਏ ਹੋ ਕਿਸੇ ਵੀ, ਜੋ ਕੋਈ ਵੀ ਕ੍ਰਿਮੀਨਲ ਹੈ, ਜੇ ਉਹ ਕਹਿੰਦਾ ਕਿ ਮੈਂ ਇਲੈਕਸ਼ਨ 'ਚ ਖੜਾ ਹੋਣਾ ਚਾਹੁੰਦਾ, ਉਹਨੂੰ ਇਹ ਪਤਾ ਚੱਲ ਜੇ ਕਿ ਜਿੱਦਣ ਮੈਂ ਇਲੈਕਸ਼ਨ ਲਈ ਖੜਾ ਹੋ ਗਿਆ ਜਾਂ ਮੇਰੀ ਨੋਮੀਨੇਸ਼ਨ ਭਰੀ ਗਈ, ਉਸ ਤੋਂ 6 ਮਹੀਨੇ ਦੇ ਅੰਦਰ ਅੰਦਰ ਮੇਰਾ ਕੋਰਟ 'ਚ ਫੈਸਲਾ ਆਣਾ ਹੀ ਆਣਾ। ਜਿਹੜੇ ਕ੍ਰਿਮੀਨਲ ਐਕਟੀਵਿਟੀ ਵਾਲੇ ਹੋਣਗੇ ਉਹ ਡਰਨਗੇ ਕਿ ਮੇਰੇ ਖਿਲਾਫ ਆ ਸਕਦਾ, ਮੈਂ ਪੋਲੀਟਿਕਸ 'ਚ ਆਉਣਾ ਬੰਦ ਕਰਦਾ। ਠੀਕ ਹੈ ਨਾ, ਇਟ ਸਾਊਂਡਸ ਲੌਜੀਕਲ। ਜਿਹੜੇ ਬੰਦੇ ਆ ਚੁੱਕੇ ਨੇ ਜਾਂ ਇਲੈਕਸ਼ਨ ਜਿੱਤ ਚੁੱਕੇ ਨੇ, ਉਹਨਾਂ ਦਾ ਵੀ 6 ਮਹੀਨੇ 'ਚ ਫੈਸਲਾ ਆ ਜਾਏਗਾ। ਜੇ ਕਲੀਅਰ ਹੋ ਜਾਣਗੇ ਤੇ ਹੋ ਜਾਣਗੇ। ਐਂਡ ਅਗੇਨ ਦੇਅਰ ਇਹਨਾਂ ਦੀ ਜਿਹੜੇ ਪੁਲਿਸ ਰਿਫਾਰਮਸ ਦੀ ਵੀ ਲੋੜ ਪਏਗੀ ਤਾਂ ਕਿ ਇੰਡੀਪੈਂਡੈਂਟਲੀ ਇਹਨਾਂ ਦੀ ਇਨਕੁਆਇਰੀਜ਼ ਹੋਣ, ਰਾਈਟ। ਤੇ ਜੁਡੀਸ਼ੀਅਲ ਸਿਸਟਮ ਇੰਡੀਪੈਂਡੈਂਟ ਹੈਗਾ ਕਾਫੀ ਹੱਦ ਤੱਕ, ਉਹਨਾਂ ਨੂੰ ਵੀ ਇਨਫਲੂਐਂਸ ਨਾ ਕੀਤਾ ਜਾਵੇ। ਫਾਸਟ ਟਰੈਕ ਕੋਰਟਸ, ਦੇਖੋ 5-6 ਹਜ਼ਾਰ ਟੋਟਲ MLA ਤੋਂ ਲੈ ਕੇ MP ਲੈਵਲ ਤੱਕ ਦੇ ਪੋਲੀਟੀਸ਼ੀਅਨ ਹੈਗੇ ਨੇ, ਹੈ ਨਾ। ਮੈਂ ਸਰਪੰਚਾਂ ਨੂੰ ਹਜੇ ਚਲੋ ਇਹ 'ਚ ਨਹੀਂ ਗਿਣਦਾ ਕਿਉਂਕਿ ਫਿਰ ਉਹ ਬੜਾ ਨੰਬਰ ਵੱਡਾ ਹੋ ਜਾਏਗਾ, ਬਟ ਫਿਰ ਵੀ ਪੋਲੀਟੀਸ਼ੀਅਨਸ ਜਿਹੜੇ ਇੱਕ ਸਰਟਨ ਲੈਵਲ ਦੇ ਉੱਤੇ ਦੇ ਸ਼ੁੱਡ ਬੀ ਮੇਡ ਪਾਰਟ ਆਫ ਫਾਸਟ ਟਰੈਕ ਕੋਰਟਸ, ਕਿ ਜਿੱਦਣ ਜੇ ਤੁਹਾਡੇ ਤੇ ਕੇਸ ਹੈ, ਠੀਕ ਹੈ, ਤੁਸੀਂ ਇਲੈਕਸ਼ਨ ਖੜਾ ਹੋਣਾ ਚਾਹੁੰਦੇ ਹੋ, ਫੇਅਰ ਇਨਫ, ਪਰ ਤੁਹਾਡਾ ਫੈਸਲਾ ਹੁਣ 6 ਮਹੀਨੇ 'ਚ ਆਉਣਾ ਹੈ। ਜ਼ਿਆਦਾਤਰ ਕ੍ਰਿਮੀਨਲ ਵਟ ਆਰ ਦੇ ਰਿਲਾਈਂਗ ਔਨ ਡਿਲੇ ਇਨ ਜਸਟਿਸ। ਉਹ ਕਹਿੰਦੇ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਜੇ ਮੈਨੂੰ ਪਤਾ 20-25 ਸਾਲ ਕੇਸ ਚੱਲਦਾ ਰਹਿਣਾ, 10 ਸਾਲ ਕੇਸ ਚੱਲਦਾ ਰਹਿਣਾ, ਉਹਨਾਂ ਦੇ ਕਰਦੇ ਮੈਂ MP ਬਣ ਜਾਣਾ, ਮੈਂ MLA ਬਣ ਜਾਣਾ, ਮੈਂ ਕੁਛ ਹੋਰ ਬਣ ਜਾਣਾ, ਉਦੋਂ ਮੈਂ ਸਭ ਕੁਝ ਸਾਂਭ ਲੂੰਗਾ, ਰਾਈਟ। ਉਹ ਆਪਣੀ ਐਕਟੀਵਿਟੀਜ਼ ਨੂੰ ਵਧਾਉਂਦੇ ਰਹਿੰਦੇ ਆ। ਇਹ ਇੱਕ ਮੇਰੇ ਖਿਆਲ 'ਚ ਇੱਕ ਬੜਾ ਵਧੀਆ ਤਰੀਕਾ ਹੋ ਸਕਦਾ ਹੈ ਕਿ ਅਸੀਂ ਪੋਲੀਟਿਕਸ ਦੇ ਵਿੱਚੋਂ ਕ੍ਰਿਮੀਨਲਸ ਨੂੰ ਬਾਹਰ ਕੱਢ ਸਕਦੇ ਹਾਂ। ਜੀ, ਬਹੁਤ ਵਧੀਆ ਸਰ। ਸਰ, ਅਖੀਰਲਾ ਸਵਾਲ, ਜੇ ਹਾਲ ਦੀ ਘੜੀ ਦੀ ਸਿਆਸਤ ਦੀ ਗੱਲ ਕਰਦੇ ਆ, ਤੁਹਾਡੇ ਵਿਸ਼ਲੇਸ਼ਣ ਦੇ ਅਕੋਰਡਿੰਗ ਕਿਹੜੀ ਪਾਰਟੀ ਹੈ ਜਿਹਦੇ ਤੇ ਜਨਤਾ ਭਰੋਸਾ ਕਰ ਸਕਦੀ ਹੈ, ਜਿਸ 'ਚ ਕੰਪੈਰੀਟਿਵਲੀ ਘੱਟ ਡਿਫਾਲਟਰਸ ਨੇ ਅੱਜ ਦੀ ਡੇਟ 'ਚ? I think again that is not our place to say, right? That will be our own opinion. मैं शायद personally बह के आपका कोई view दे पाइए होते, but it will influence our audience. बाकी ਮੈਨੂੰ ਇਹ ਲੱਗਦਾ ਕਿ ਹਰ ਕਿਸੇ ਨੂੰ ਇੰਪਰੂਵ ਕਰਨ ਦੀ ਲੋੜ ਹੈ, ਰਾਈਟ। ਅੱਜ ਡਾਟਾ ਅਵੇਲੇਬਲ ਹੈ, ਤੁਸੀਂ ਪਰਸੈਂਟੇजेस ਚੈੱਕ ਕਰ ਲਓ, ਮੈਨੂੰ ਕਲੀਅਰ ਆਈਡੀਆ ਨਹੀਂ ਹੈ ਕਿ ਕਿਤੇ ਜ਼ਿਆਦਾ ਨੇ, ਰਾਈਟ। ਯੂ ਲੁੱਕ ਐਟ ਟੌਪ ਲੀਡਰਸ਼ਿਪ, ਉਹਨਾਂ ਦੀ ਡੈਪਥ ਕੀ ਹੈ, ਉਹਨਾਂ ਦੀ ਕੁਆਲਿਟੀ ਕੀ ਹੈ, ਤੇ ਜਿਨ੍ਹਾਂ ਦੇ ਕੈਂਡੀਡੇਟਸ ਜੇਲ੍ਹ 'ਚ ਬੈਠੇ ਨੇ ਉਹਨਾਂ ਨੂੰ ਅਵੋਇਡ ਕਰੋ। ਮਤਲਬ ਇੰਨਾ ਡਾਟਾ ਪਿਆ, ਉਹਦੇ ਤੇ ਥੋੜਾ ਜਿਹਾ ਵੇਖੋ, ਆਪਣੇ ਲੋਕੀ ਐਨਾਲਿਸਿਸ ਕਰਨ, ਮਿਹਨਤ ਕਰਨ, ਰਾਈਟ। ਇਹ ਬੜੀ ਇੰਪੋਰਟੈਂਟ ਚੀਜ਼ ਹੈ। ਉਹਨਾਂ ਨੂੰ ਅੱਜ ਸਾਨੂੰ ਪਤਾ ਨਹੀਂ, ਸਾਨੂੰ ਲੱਗਦਾ ਵੋਟ ਪਾ ਕੇ ਆ ਜਾਵਾਂਗੇ, ਚੱਲੀ ਜਾ ਰਿਹਾ, ਬਟ ਸਲੋਲੀ ਵੀ ਆਰ ਡਿਗਰੇਡਿੰਗ। ਜਿਹੜਾ ਦੱਸਿਆ ਕਿ ਤੁਸੀਂ ਆਪਣੀ ਲਾਈਫ 'ਚ ਜਦੋਂ ਆਪਣਾ ਬੈਸਟ ਨਹੀਂ ਕਰਦੇ, ਮੈਂ ਅੱਜ ਰਿਸਪੌਂਸਿਬਿਲਿਟੀ ਪਾ ਰਿਹਾ ਵੋਟਰਸ 'ਤੇ, ਆਮ ਜਨਤਾ 'ਤੇ, ਜਦੋਂ ਅਸੀਂ ਆਪਣੇ ਬੈਸਟ ਕੈਂਡੀਡੇਟ ਨਹੀਂ ਚੁਣਦੇ ਪਏ, ਰਾਈਟ। ਅੱਜ ਸ਼ਾਮ ਤੱਕ ਕੋਈ ਫਰਕ ਨਹੀਂ ਪੈਣਾ। ਇਹ ਥੋੜਾ ਕਿ ਜੇ ਤੁਸੀਂ ਅੱਜ ਵੋਟ ਕਿਸੇ ਕ੍ਰਿਮੀਨਲ ਕੈਂਡੀਡੇਟ ਨੂੰ ਪਾਏ, ਸ਼ਾਮੀ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਕਹਿਣਾ ਜੀ ਅੱਜ ਪਾਲਕ ਪਨੀਰ ਨਹੀਂ, ਅੱਜ ਤਾਂ ਤੁਹਾਨੂੰ ਬੈਂਗਣ ਦਾ ਭੜਥਾ ਮਿਲੇਗਾ, ਅੱਜ ਤੁਸੀਂ ਥੱਲੇ ਸੋਓਗੇ, ਇਹ ਨਹੀਂ ਕਿਸੇ ਨੇ ਕਹਿਣਾ। ਬਟ 10 ਸਾਲ ਬਾਅਦ ਤੁਸੀਂ ਪੰਜਾਬ ਨੂੰ ਵੇਖ ਲਓ, ਅੱਜ ਤੋਂ ਕੁਝ ਸਾਲ ਪਹਿਲੇ ਦੇ ਹੁੰਦਾ ਕਿ ਕਿਸ ਡਾਇਰੈਕਸ਼ਨ 'ਚ ਆਪਾਂ ਜਾ ਰਹੇ ਹਾਂ। ਅੱਜ ਮੈਂ ਇੱਕ ਅਗੇਨ ਅਨਰਿਲੇਟਿਡ ਗੱਲ, ਸਰਦੀਆਂ ਦੇ ਦਿਨ ਨੇ, ਪਾਵਰ ਕੱਟਸ ਕਿੰਨੇ ਲੱਗਦੇ ਪਏ ਨੇ ਪੰਜਾਬ 'ਚ, ਐਂਡ ਵੀ ਬਿਕੇਮ ਸਰਪਲਸ ਐਟ ਵਨ ਪੁਆਇੰਟ ਆਫ ਟਾਈਮ। ਇਹ ਸਾਰੀਆਂ ਚੀਜ਼ਾਂ ਦਾ ਅਸਰ ਹੌਲੀ ਕਰਪਟ ਪੋਲੀਟੀਸ਼ੀਅਨਸ, ਕ੍ਰਿਮੀਨਲ ਪੋਲੀਟੀਸ਼ੀਅਨਸ, ਉਹ ਇੱਕ ਸਿਉਂਕ ਵਾਂਗੂ ਨੇ। ਉਹ ਪੂਰੀ ਸੁਸਾਇਟੀ ਨੂੰ ਅੰਦਰੋਂ ਹੌਲੀ ਖੋਖਲਾ ਕਰੀ ਜਾਂਦੇ ਨੇ, ਥਰੂ ਲਾਅ ਐਂਡ ਆਰਡਰ, ਥਰੂ ਕਰਪਸ਼ਨ, ਥਰੂ ਡਰੱਗਸ, ਥਰੂ ਸੋ ਮੈਨੀ ਅਦਰ ਥਿੰਗਸ। ਰੈਵਨਿਊ ਰਿਸੋਰਸਿਸ ਉਹ ਕਿਵੇਂ ਜਨਰੇਟ ਕਰਨਗੇ, ਉਹਦਾ ਹੀ ਤਰੀਕਾ। ਐਜੂਕੇਸ਼ਨ ਨੂੰ ਉਹ ਬੈਕ ਸੀਟ 'ਤੇ ਲੈ ਕੇ ਜਾਂਦੇ ਨੇ। ਉਹਨਾਂ ਨੂੰ ਪਤਾ ਐਜੂਕੇਸ਼ਨ, ਸਟਰੋਂਗ ਮਾਈਂਡ ਹੀ ਉਹਨਾਂ ਦੀ ਕਰਪਸ਼ਨ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਉਹ ਸਾਡੇ ਬੱਚਿਆਂ ਦੇ ਮਾਈਂਡ ਵੀਕ ਕਰਦੇ ਨੇ। ਜਦੋਂ ਬੱਚਾ ਕਲਾਸ 'ਚ ਨਹੀਂ ਜਾਏਗਾ, ਮਿਹਨਤ ਨਹੀਂ ਕਰੇਗਾ, ਇਸ ਚੀਜ਼ ਨੂੰ ਇੰਪੋਰਟੈਂਟ ਨਹੀਂ, ਉਹਨੂੰ ਕਹਿੰਦੇ ਤੁਸੀਂ ਬਾਹਰ ਚਲੇ ਜਾਏਗਾ ਤਾਂ। ਬਟ ਇਹ ਸਾਰੀਆਂ ਚੀਜ਼ਾਂ ਨਿਸ਼ਾਨੀ ਨੇ ਇਸ ਚੀਜ਼ ਦੀਆਂ ਕਿ ਸਪੈਸ਼ਲੀ ਪੰਜਾਬ 'ਚ ਪੋਲੀਟੀਸ਼ੀਅਨਸ ਪਿਛਲੇ ਕੁਝ ਟਾਈਮ ਤੋਂ ਸਾਡੀ ਪੂਰੀ ਨਸਲ ਨੂੰ, ਸਾਡੀ ਪੂਰੀ ਸਟੇਟ ਨੂੰ ਕਿਵੇਂ ਰਿਸਕ 'ਤੇ ਪਾ ਰਹੇ ਨੇ। ਸਾਡੇ ਜਾਗਣ ਦਾ ਟਾਈਮ ਆ ਗਿਆ।
ਬਹੁਤ ਬਹੁਤ ਧੰਨਵਾਦ ਤੁਹਾਡਾ ਸਰ। ਇਹੋ ਜਿਹੀ ਹੋਰ ਹੈਲਦੀ ਡਿਸਕਸ਼ਨਸ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਨਵੇਂ ਮੁੱਦੇ ਦੇ ਨਾਲ। ਸਤਿ ਸ਼੍ਰੀ ਅਕਾਲ।